नमो चरण अरविंद। जिसमह अमृत ज्ञान है, माणिक भगत वैराग। श्री गुरु ग्रंथ साहिब उदद, बंदों कर अनुराग। एक अंकारा सतगुरु, तेह प्रसाद सच होए। वाहिगुरु जी की फतेह, विघन विनाशन सोए। वाहिगुरु जी की फतेह, विघन विनाशन सोए। सतनाम श्री वाहिगुरु ਸਾਹਿਬ जी। सावधान रहत भट को, जिस रखिया करे जामनी माही। 10,000 सेवा काने राखे, जावरण जाही। सावधान रहत भट को, जिस रखिया करे जामनी माही। 10,000 सेवा काने राखे, जावरण जाही। वाहिगुरु जी का खालसा, वाहिगुरु जी की फतेह। दसां पातशाਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ ਆਪਣੇ ਅੰਮ੍ਰਿਤਮਈ ਦੀਦਾਰ ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਅੱਜ ਸਾਧ ਸੰਗਤ ਜੀ 9 ਪੋਹ ਦਾ ਦਿਨ ਹੈ। ਕੱਲ 8 ਪੋਹ ਦਾ ਦਿਨ ਸੀ। ਆਪਾਂ ਕੱਲ ਇਤਿਹਾਸ ਸਰਵਣ ਕੀਤਾ, ਜਿਵੇਂ 8 ਪੋਹ ਵਾਲੇ ਦਿਨ ਚਮਕੌਰ ਗੜ੍ਹੀ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰੇ ਸਿੰਘਾਂ ਨੇ ਲੱਖਾਂ ਫੌਜਾਂ ਦੇ ਨਾਲ ਮੁਕਾਬਲਾ ਕੀਤਾ ਔਰ 40 ਦੇ ਵਿੱਚੋਂ 35 ਸਿੰਘ ਸ਼ਹੀਦ ਹੋਏ, ਜਿਹਦੇ ਵਿੱਚ ਵੱਡੇ ਸਾਹਿਬਜ਼ਾਦੇ ਦੋਵੇਂ, 5 ਪਿਆਰਿਆਂ ਚੋਂ 3 ਪਿਆਰੇ, 5 ਮੁਕਤੇ ਸਿੰਘ ਤੇ ਇਸੇ ਤਰ੍ਹਾਂ ਬਾਕੀ ਦੇ ਸਿੰਘ ਸ਼ਹੀਦ ਹੋਏ। ਜਿਹੜੇ 5 ਸਿੰਘ ਬਾਕੀ ਅੰਦਰ ਗੜ੍ਹੀ ਵਿੱਚ ਸਨ, ਉਹਨਾਂ ਨੇ ਬੇਨਤੀ ਕੀਤੀ ਕਲਗੀਧਰ ਪਾਤਸ਼ਾਹ ਜੀ ਨੂੰ ਕਿ ਮਹਾਰਾਜ ਆਪ ਗੜ੍ਹੀ ਛੱਡ ਕੇ ਚਲੇ ਜਾਓ। ਜਦੋਂ ਪ੍ਰੇਮ ਨਾਲ ਬੇਨਤੀ ਕੀਤੀ, ਸਤਿਗੁਰੂ ਜੀ ਨੇ ਉਹਨਾਂ ਦੀ ਬੇਨਤੀ 5 ਸਿੰਘਾਂ ਦੀ ਵੀ 5 ਸਿੰਘਾਂ ਵਿੱਚ ਸਾਡਾ ਵਾਸਾ ਹੈ, 5 ਸਿੰਘ ਗੁਰੂ ਰੂਪ ਹਨ ਤੇ ਖਾਲਸੇ ਦਾ ਬਚਨ ਕੀਤਾ ਹੋਇਆ ਮਿਓੜਿਆ ਨਹੀਂ ਜਾ ਸਕਦਾ। ਤੇ ਜਿਵੇਂ 5 ਸਿੰਘਾਂ ਨੂੰ ਵਡਿਆਈ ਦਿੱਤੀ, ਆਪਣੀ ਕਲਗੀ ਜਿਗਾ ਮਹਾਰਾਜ ਨੇ ਬਖਸ਼ਿਸ਼ ਕੀਤੀ, 5 ਸਿੰਘਾਂ ਦੀਆਂ ਪਰਿਕਰਮਾ ਕੀਤੀਆਂ, 5 ਸਿੰਘਾਂ ਨੂੰ ਫਤਿਹ ਬੁਲਾਈ। ਫਿਰ 5 ਵਿੱਚੋਂ 3 ਨੂੰ ਮਹਾਰਾਜ ਨੇ ਆਪਣੇ ਨਾਲ ਜਾਣ ਵਾਸਤੇ ਆਖਿਆ। ਪਿਆਰੇ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਜਿਵੇਂ ਗਰੀਬ ਨਵਾਜ ਸਾਹਿਬ ਜੀ ਦੇ ਨਾਲ ਫਿਰ ਗੜ੍ਹੀ ਛੱਡੀ ਮਹਾਰਾਜ ਸਾਹਿਬ ਜੀ ਨੇ। ਜਿਹੜੀ ਇਹ ਰਾਤ ਲੰਘ ਕੇ ਗਈ 8 ਪੋਹ ਦੀ ਰਾਤ, ਇਸ ਰਾਤ ਦਾ ਇਤਿਹਾਸ ਆਪਾਂ ਕੱਲ੍ਹ ਪੜ੍ਹਿਆ। ਮਹਾਰਾਜ ਸਾਹਿਬ ਜੀ ਨੇ ਗੜ੍ਹੀ ਛੱਡੀ ਤੇ ਕੁਝ ਦੂਰੀ ਤੇ ਜਾ ਕੇ 3 ਵਾਰੀ ਤਾੜੀ ਮਾਰੀ ਤੇ ਫਿਰ ਆਖਿਆ ਵੀ ਅਸੀਂ ਜਾ ਰਹੇ ਹਾਂ, ਜਿਸ ਵਿੱਚ ਬਲ ਵੈ ਸਾਨੂੰ ਫੜ ਲਓ। ਹਿੰਦ ਪੀਰ ਮੇਰ ਵੱਧ, ਹਿੰਦ ਪੀਰ ਮੇਰ ਵੱਧ। ਇਹ ਹਿੰਦ ਦਾ ਪੀਰ ਜਾ ਰਿਹਾ ਹੈ, ਜਿਸ ਵਿੱਚ ਤਾਕਤ ਹੈ ਉਹ ਫੜ ਲਵੇ।
ਦੱਸ ਕੇ ਤੇ 3 ਵਾਰੀ ਤਾੜੀ ਮਾਰ ਕੇ ਮਹਾਰਾਜ ਸਾਹਿਬ ਗਏ। ਜਿੱਥੇ ਤਾੜੀ ਮਾਰੀ ਉੱਥੇ ਗੁਰਦੁਆਰਾ ਤਾੜੀ ਸਾਹਿਬ ਸੋਭਾ ਪਾਉਂਦਾ। ਤਾਂ ਗਰੀਬ ਨਵਾਜ ਸਤਿਗੁਰੂ ਜੀ ਦਾ ਇਤਿਹਾਸ ਇਸ ਤੋਂ ਅੱਗੇ ਦਾ ਆਪਾਂ ਪੜ੍ਹਾਂਗੇ, ਪਰ ਨਾਲ ਨਾਲ ਦੂਸਰੇ ਪਾਸੇ ਵੀ ਧਿਆਨ ਦਈਏ। ਜਦੋਂ 6 ਪੋਹ ਦੀ ਰਾਤ ਨੂੰ ਕਿਲ੍ਹਾ ਛੱਡਿਆ, ਗੁਰੂ ਸਾਹਿਬ ਜੀ ਦਾ ਪਰਿਵਾਰ 3 ਹਿੱਸਿਆਂ ਵਿੱਚ ਹੋਇਆ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ 6 ਪੋਹ ਦੀ ਰਾਤ ਨੂੰ ਕਿਲ੍ਹਾ ਛੱਡਿਆ ਨਾ, ਤੇ ਸਰਸਾ ਪਾਰ ਕਰਦਿਆਂ ਅੱਗੇ ਦਿਨ ਚੜ੍ਹ ਗਿਆ 7 ਪੋਹ ਦਾ। 7 ਪੋਹ ਦੀ ਰਾਤ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਉੱਥੇ ਹੀ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਕੱਟੀ। ਉੱਥੇ ਫਿਰ ਗੰਗੂ ਬ੍ਰਾਹਮਣ ਮਿਲਦਾ ਹੈ ਤੇ ਉਹ ਕੱਲ੍ਹ ਦੇ ਦਿਨ 8 ਪੋਹ ਵਾਲੇ ਦਿਨ ਮਾਤਾ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਲੈ ਜਾਂਦਾ ਹੈ। ਜਿਸ ਪਿੰਡ ਦੇ 2 ਨਾਂ, ਇੱਕ ਖੇੜੀ ਵੀ ਉਹਨੂੰ ਕਹਿ ਦਿੰਦੇ, ਸਹੇੜੀ ਵੀ ਕਹਿ ਦਿੰਦੇ। ਤਾਂ ਉਹ ਆਪਣੇ ਪਿੰਡ ਖੇੜੀ ਲੈ ਜਾਂਦਾ। ਔਰ 8 ਪੋਹ ਦੀ ਰਾਤ ਜਿਹੜੀ ਆ ਰਾਤ ਲੰਘੀ ਆ, ਜਿਸ ਰਾਤ ਗੁਰੂ ਕਲਗੀਧਰ ਪਾਤਸ਼ਾਹ ਨੇ ਗੜੀ ਛੱਡੀ ਆ, ਇਹ ਰਾਤ ਫਿਰ ਗੰਗੂ ਬ੍ਰਾਹਮਣ ਦੇ ਘਰੇ ਮਾਤਾ ਜੀ ਤੇ ਛੋਟੇ ਲਾਲਾ ਨੇ ਕੱਟੀ। 8 ਪੋਹ ਦੀ ਰਾਤ, ਦੂਜੀ ਰਾਤ। ਔਰ ਇੱਥੇ ਫਿਰ ਉਹਦਾ ਮਨ ਬੇਈਮਾਨ ਹੋ ਜਾਂਦਾ। ਮਾਤਾ ਜੀ ਦੇ ਪਾਸ ਸੋਨੇ ਦੀਆਂ ਮੋਹਰਾਂ ਸੀ, ਉਹ ਗੰਗੂ ਬ੍ਰਾਹਮਣ ਚੁੱਕ ਲੈਂਦਾ। ਜਦੋਂ ਚੁੱਕ ਕੇ ਪਾਸੇ ਕਰ ਲੈਂਦਾ, ਲੁਕਾ ਲੈਂਦਾ ਹੈ, ਤਾਂ ਮਾਤਾ ਜੀ ਜਦੋਂ ਪੁੱਛਦੇ ਆ ਵੀ ਇੱਥੇ ਮੋਹਰਾਂ ਸੀ ਰੱਖੀਆਂ, ਤੇ ਕਹਿਣ ਲੱਗਾ ਕਿ ਮਾਤਾ ਜੀ ਕੋਈ ਚੋਰ ਲੈ ਗਿਆ ਹੋਵੇਗਾ, ਕੋਈ ਚੋਰ ਲੈ ਗਿਆ ਹੋਵੇਗਾ। ਮਾਤਾ ਜੀ ਕਹਿਣ ਲੱਗੇ ਵੀ ਦਰਵਾਜ਼ਾ ਤੇ ਬੰਦ ਸੀ, ਚੋਰ ਤਾਂ ਕੋਈ ਆਇਆ ਨਹੀਂ, ਕਿਉਂਕਿ ਉਹਨੇ ਆਪ ਹੀ ਤਾਂ ਚੋਰੀ ਕੀਤੀਆਂ, ਲੁਕਾਈਆਂ ਸੀ। ਕਹਿਣ ਲੱਗਾ ਮਾਤਾ ਜੀ ਤੁਸੀਂ ਮੇਰੇ ਤੇ ਸ਼ੱਕ ਕਰਦੇ ਹੋ? ਇੱਕ ਤੁਹਾਡੇ ਪਿੱਛੇ ਇੰਨੀ ਫੌਜ ਲੱਗੀ ਹੋਈ ਹੈ, ਤੇ ਮੈਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਇਆ ਤੁਹਾਨੂੰ ਆਪਣੇ ਘਰੇ ਲੈ ਕੇ ਆਇਆ ਵਾਂ, ਤੇ ਤੁਸੀਂ ਮੇਰੇ ਤੇ ਹੀ ਇਲਜ਼ਾਮ ਲਾਉਂਦੇ ਹੋ। ਮਾਤਾ ਜੀ ਕਹਿੰਦੇ ਕੋਈ ਗੱਲ ਨਹੀਂ, ਜੇ ਕਿਸੇ ਨੇ ਚੁੱਕ ਲਈਆਂ ਤੇ ਕੋਈ ਗੱਲ ਨਹੀਂ, ਪਰ ਆ ਮੇਰੇ ਲਾਲ ਹੈਗੇ ਆ ਮੇਰੇ ਕੋਲੇ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਕਹਿਣ ਲੱਗੇ ਵੀ ਤੂੰ ਰੌਲਾ ਨਾ ਪਾ, ਕਿਸੇ ਨੂੰ ਪਤਾ ਨਾ ਲੱਗ ਜਾਵੇ। ਪਰ ਉਹਦੀ ਅੰਦਰੋਂ ਨੀਤ ਖਰਾਬ ਸੀ। ਉਹ ਫਿਰ ਆਪ ਗਿਆ ਗੰਗੂ ਬ੍ਰਾਹਮਣ, ਅੱਜ ਸਵੇਰੇ ਹੀ ਗਿਆ। ਅੱਜ ਦਾ ਜਿਹੜਾ ਦਿਨ ਚੜ੍ਹਿਆ ਨਾ 9 ਪੋਹ ਦਾ ਦਿਨ, ਚੜ੍ਹਦਿਆਂ ਸਾਰ ਹੀ ਉਹ ਚਲੇ ਗਿਆ ਮਰਿੰਡੇ। ਤੇ ਮਰਿੰਡੇ ਦੇ ਥਾਣੇਦਾਰ ਜਾਨੀ ਖਾਂ ਤੇ ਮਾਨੀ ਖਾਂ ਨੂੰ ਜਾ ਕੇ ਉਹਨੇ ਆਖਿਆ ਕਿ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਤੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਪੁੱਤਰ ਉਹ ਮੇਰੇ ਘਰ ਵਿੱਚ ਵਾ, ਤੁਸੀਂ ਆ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਓ। ਕਿਉਂਕਿ ਉਹਦੇ ਮਨ ਵਿੱਚ ਖਿਆਲ ਸੀ ਵੀ ਸਰਕਾਰ ਮੈਨੂੰ ਇਨਾਮ ਦੇਵੇਗੀ। ਇਹ ਉਹਦੇ ਮਨ ਵਿੱਚ ਖਿਆਲ ਸੀ ਗੰਗੂ ਬ੍ਰਾਹਮਣ ਦੇ। ਤੇ ਅੱਜ ਵਾਲਾ ਜਿਹੜਾ ਦਿਨ ਵਾ ਨਾ, ਦਿਨੇ ਉਹ ਜਾਂਦਾ ਤੇ ਦੁਪਹਿਰ ਨੂੰ ਉਸੇ ਵੇਲੇ ਹੀ ਉਹ ਤੁਰ ਪੈਂਦੇ। ਵੀ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਹੈ ਵੀ ਸਰਹੰਦ ਦੇ ਸੂਬੇ ਕੋਲੇ ਲੈ ਕੇ ਜਾਵਾਂਗੇ ਗੁਰੂ ਕੇ ਪੁੱਤਰਾਂ ਨੂੰ ਤੇ ਮਾਤਾ ਜੀ ਨੂੰ। ਜਿਹੜਾ ਸਰਹੰਦ ਦਾ ਸੂਬਾ ਵਜ਼ੀਰ ਖਾਂ ਹੈ ਉਹ ਸਾਡੇ ਤੇ ਖੁਸ਼ ਹੋਵੇਗਾ। ਤੇ ਉਸੇ ਵੇਲੇ ਉਹ ਜਾਨੀ ਖਾਂ ਮਾਨੀ ਖਾਂ ਸਿਪਾਹੀਆਂ ਨੂੰ ਲੈ ਕਰਕੇ ਤੁਰ ਪੈਂਦੇ ਆ। ਤੇ ਅੱਜ ਦੁਪਹਿਰ ਦੇ ਵਕਤ ਜਿਹੜਾ ਦਿਨ ਲੰਘਿਆ ਹੈ 9 ਪੋਹ ਦਾ, ਮਾਤਾ ਜੀ ਨੂੰ ਤੇ ਛੋਟੇ ਲਾਲਾ ਨੂੰ ਗੰਗੂ ਬ੍ਰਾਹਮਣ ਦੇ ਘਰੋਂ ਸਿਪਾਹੀ ਗ੍ਰਿਫਤਾਰ ਕਰਦੇ। ਗ੍ਰਿਫਤਾਰ ਕਰਕੇ ਅੱਜ ਸ਼ਾਮਾਂ ਤੋਂ ਪਹਿਲਾਂ ਉਹ ਮਰਿੰਡੇ ਲੈ ਜਾਂਦੇ। ਤੇ ਅੱਜ ਦੀ ਜਿਹੜੀ ਰਾਤ ਆਉਣੀ ਆ ਨਾ 9 ਪੋਹ ਦੀ ਰਾਤ, ਇਹ ਕੋਤਵਾਲੀ ਮਰਿੰਡੇ ਵਿੱਚ ਮਾਤਾ ਜੀ ਤੇ ਲਾਲਾ ਨੇ ਕੱਟੀ ਹੈ। ਪਹਿਲੀ ਰਾਤ ਉੱਥੇ 7 ਪੋਹ ਦੀ ਕੁੰਮੇ ਮਾਸ਼ਕੀ ਦੇ ਘਰੇ, ਤੇ ਦੂਸਰੀ ਰਾਤ ਗੰਗੂ ਬ੍ਰਾਹਮਣ ਦੇ ਘਰੇ 8 ਪੋਹ ਦੀ, ਤੇ ਅੱਜ ਵਾਲੀ ਆਉਣ ਵਾਲੀ 9 ਪੋਹ ਦੀ ਰਾਤ ਇਹ ਮਰਿੰਡੇ ਥਾਣੇ ਦੇ ਵਿੱਚ ਕੱਟੀ ਮਾਂ ਨੇ ਤੇ ਪੋਤਰਿਆਂ ਨੇ। ਤੇ ਕੱਲ ਨੂੰ 10 ਪੋਹ ਵਾਲੇ ਦਿਨ ਫਿਰ ਸਰਹੰਦ ਲੈ ਕੇ ਜਾਣਾ ਮਾਤਾ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ। ਅੱਜ ਉੱਥੇ ਹੀ ਕੋਤਵਾਲੀ ਜਿੱਥੇ ਮਾਤਾ ਜੀ ਨੇ ਰਾਤ ਕੱਟੀ ਹੈ,
ਉੱਥੇ ਗੁਰਦੁਆਰਾ ਸਾਹਿਬ ਸੋਭਾ ਪਾਉਂਦਾ, ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ। ਤਾਂ ਉੱਥੇ ਵੀ ਅੱਜ ਦੀਵਾਨ ਉਸੇ ਤਰ੍ਹਾਂ ਪਹਿਲਾਂ ਵੀ ਸੱਜ ਰਹੇ ਕਈਆਂ ਦਿਨਾਂ ਤੋਂ, ਅੱਜ ਵਿਸ਼ੇਸ਼ ਅੱਜ ਦੀ ਰਾਤ ਦਾ ਦੀਵਾਨ ਉੱਥੇ ਸੱਜਣਾ। ਇਧਰਲੇ ਪਾਸੇ ਸਾਧ ਸੰਗਤ ਜੀ 9 ਪੋਹ ਅੱਜ ਦੇ ਦਿਨ ਕਲਗੀਧਰ ਪਾਤਸ਼ਾਹ ਰਾਤ ਨੂੰ ਹੀ ਮਹਾਰਾਜ ਸਾਹਿਬ ਜੀ, ਆਪਾਂ ਕੱਲ ਪ੍ਰਸੰਗੋ ਸਰਵਣ ਕੀਤਾ, ਜਿਵੇਂ ਫੌਜਾਂ ਦੇ ਵਿੱਚ ਅਫੜਾ ਦਫੜੀ ਮੱਚੀ ਤੇ ਜਿਵੇਂ ਮਹਾਰਾਜ ਅੱਗੇ ਮਾਛੀਵਾੜੇ ਦੇ ਜੰਗਲ ਵਿੱਚ ਗਏ, ਜਿੱਥੇ ਜਾ ਕੇ ਟਿੰਡ ਦਾ ਸਰਾਣਾ ਲਾਇਆ ਤੇ ਸਾਰੀ ਰਾਤ ਲੰਘ ਗਈ। ਤੇ ਜਿਹੜੇ ਤਿੰਨੇ ਸਿੰਘ ਸੀ ਉਹ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੂੰ ਉਹ ਦਲ ਤੋਂ ਪਾਰ ਹੋ ਕੇ ਤੇ ਲੱਭਦੇ ਹੋਏ ਗੁਰੂ ਕਲਗੀਧਰ ਪਾਤਸ਼ਾਹ ਨੂੰ ਤਾਰੇ ਦੀ ਸੇਧ ਦੇ ਨਾਲ ਮਾਛੀਵਾੜੇ ਨੂੰ ਜਾ ਰਹੇ ਸੀ। ਤੇ ਸੂਰਜ ਜਦੋਂ ਚੜ੍ਹ ਗਿਆ ਨਾ, ਸੂਰਜ ਚੜ੍ਹਨ ਦੇ ਨਾਲ, ਸੂਰਜ ਦੇ ਚੜ੍ਹਾਅ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮਿਲਾਪ ਹੋਇਆ ਤਿੰਨਾਂ ਸਿੰਘਾਂ ਦਾ। ਰਾਤ ਨਹੀਂ ਹੋਇਆ, ਉਧਰੋਂ ਸੂਰਜ ਚੜ੍ਹ ਗਿਆ। ਤੇ ਉਸ ਵੇਲੇ ਫਿਰ ਉਹ ਵੀ ਕਿਵੇਂ ਹੋਇਆ, ਭਾਈ ਡਾਕਟਰ ਵੀਰ ਸਿੰਘ ਜੀ ਨੇ ਲਿਖਿਆ ਕਿ ਮਹਾਰਾਜ ਜਿੱਥੇ ਉਹ ਟਿੰਡ ਦਾ ਸਰਾਣਾ ਲਾ ਕੇ ਲੰਮੇ ਪਏ ਸੀ ਨਾ, ਤੇ ਮਹਾਰਾਜ ਸਾਹਿਬ ਦੇ ਹੱਥ ਦੇ ਉੱਤੇ ਗੁਲਸ਼ਤਰਾਨ ਪਾਇਆ ਹੋਇਆ ਸੀ, ਇੱਕ ਤਰ੍ਹਾਂ ਦਾ ਦਸਤਾਨਾ ਹੱਥ ਦੇ ਉੱਤੇ। ਉਹਨੂੰ ਭਾਈ ਸਾਹਿਬ ਜੀ ਨੇ ਲਿਖਿਆ ਗੁਲਸ਼ਤਰਾਨ, ਵੀ ਉਹਦੇ ਸਹਾਇਤਾ ਦੇ ਨਾਲ ਇਧਰਲੇ ਸੱਜੇ ਅੰਗੂਠੇ ਦੇ ਉੱਤੇ ਉਹ ਪਾਇਆ ਸੀ, ਤੇ ਨਾਲ ਹੱਥ ਦੇ ਉੱਤੇ ਵੀ ਜਦੋਂ ਮਹਾਰਾਜ ਤੀਰ ਛੱਡਦੇ ਸੀ ਛੇਤੀ ਛੇਤੀ, ਵੀ ਉਹ ਤੀਰਾਂ ਦੀ ਝਰੀਟ ਨਾ ਆਵੇ ਅੰਗੂਠੇ ਦੇ ਉੱਤੇ, ਉਂਗਲਾਂ ਦੇ ਉੱਤੇ। ਉਹ ਤੀਰ ਤੋਂ ਰੱਖਿਆ ਵਾਸਤੇ ਪਾਇਆ ਸੀ, ਤੇ ਉਹਦੇ ਵਿੱਚ ਹੀਰਾ ਜੜਿਆ ਹੋਇਆ ਸੀ। ਜਦੋਂ ਸੂਰਜ ਦਾ ਚੜ੍ਹਾਅ ਹੋਇਆ ਤੇ ਉਹਦੀਆਂ ਕਿਰਨਾਂ ਉਹ ਹੀਰੇ ਤੇ ਪਈਆਂ ਤੇ ਉਹ ਲਿਸ਼ਕਿਆ, ਤੇ ਸਿੰਘਾਂ ਤਿੰਨਾਂ ਨੇ ਆਪਸ ਵਿੱਚ ਮਿਲ ਗਏ ਸੀ, ਤਿੰਨੇ ਸਿੰਘ। ਤੇ ਫਿਰ ਜਦੋਂ ਵੇਖਿਆ ਵੀ ਉਹ ਸਾਹਮਣੇ ਕੀ ਚੀਜ਼ ਲਿਸ਼ਕ ਰਹੀ ਹੈ, ਤੇ ਉੱਥੋਂ ਅੰਦਾਜ਼ਾ ਲਾਇਆ ਵੀ ਇਹ ਤੇ ਕਲਗੀਧਰ ਪਾਤਸ਼ਾਹ ਦੇ ਹੱਥ ਦਾ ਗੁਲਸ਼ਤਰਾਨ ਲਿਸ਼ਕ ਰਿਹਾ। ਉਧਰ ਨੂੰ ਆਏ ਤੇ ਮਹਾਰਾਜ ਟਿੰਡ ਦਾ ਸਰਾਣਾ ਲਾ ਕੇ ਜਿਵੇਂ ਲੰਮੇ ਪਏ ਸੀ, ਉੱਥੇ ਆ ਕੇ ਮਹਾਰਾਜ ਦੇ ਚਰਨ ਸਪਰਸ਼ ਕੀਤੇ। ਅੱਜ ਦੇ ਦਿਨ ਦੇ ਚੜ੍ਹਾਅ ਨਾਲ ਇਹ ਤਾਂ ਹੈ ਇੱਧਰ ਨੂੰ ਕਲਗੀਧਰ ਪਾਤਸ਼ਾਹ ਦਾ ਸਫ਼ਰ, ਤੇ ਅੱਜ ਦਾ ਜਦੋਂ ਦਿਨ ਚੜ੍ਹਿਆ, ਰਾਤ ਵੀ ਸਾਰੀ ਰਾਤ ਲੜਦੇ ਰਹੇ ਦੋਵੇਂ ਸਿੰਘ, ਭਾਈ ਸੰਤ ਸਿੰਘ ਤੇ ਸੰਗਤ ਸਿੰਘ ਗੜ੍ਹੀ ਦੇ ਵਿੱਚ, ਜਿਨ੍ਹਾਂ ਨੂੰ ਆਪਣੇ ਥਾਂ ਤੇ ਛੱਡ ਕੇ ਆਏ। ਅੱਜ ਫਿਰ ਉਹਨਾਂ ਨੇ ਦਿਨੇ ਜੰਗ ਕੀਤਾ। ਹੁਣ ਅੱਜ ਦਾ ਜਿਹੜਾ ਇਤਿਹਾਸ ਹੈ ਜੋ ਲੜੀਵਾਰ ਚੱਲ ਰਿਹਾ ਹੈ, ਪਾਵਨ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਚੋਂ ਭਾਈ ਸੰਤੋਖ ਸਿੰਘ ਜੀ ਦੀ ਰਚਨਾ, ਪਿੱਛੇ ਆਪਾਂ ਕੁਝ ਦਿਨਾਂ ਤੋਂ ਅੱਗੇ ਚੱਲ ਰਿਹਾ ਸੀ ਇਤਿਹਾਸ, ਪਰ ਅੱਜ ਉਸੇ ਦਿਨ ਦਾ ਜਿਸ ਦਿਨ ਭਾਈ ਸੰਤ ਸਿੰਘ ਤੇ ਸੰਗਤ ਸਿੰਘ ਜੀ ਦੀ ਸ਼ਹੀਦੀ ਹੋਈ, ਅੱਜ ਦੇ ਦਿਨ 9 ਪੋਹ ਵਾਲੇ ਦਿਨ, ਅੱਜ ਇਤਿਹਾਸ ਵੀ ਐਨ ਉਹੀ ਉੱਥੇ ਪਹੁੰਚ ਚੁੱਕਾ ਹੈ, ਭਾਈ ਸੰਤ ਸਿੰਘ ਤੇ ਭਾਈ ਸੰਗਤ ਸਿੰਘ ਜੀ ਦੀ ਸ਼ਹਾਦਤ ਦਾ। ਤੋ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਸਤਨਾਮ ਸ੍ਰੀ। ਸਾਵਧਾਨ ਰਹਿ ਪਟ ਜੋ ਸੁਰਖਿਆ ਕਰੇ ਜਾਮਨੀ ਮਾਹੀ। ਕਵੀ ਜੀ ਉੱਥੋਂ ਦਾ ਜ਼ਿਕਰ ਕਰ ਰਿਹਾ ਜਿੱਥੇ ਮਹਾਰਾਜ ਟਿੰਡ ਦਾ ਸਰਾਣਾ ਲਾ ਕੇ ਪਏ, ਮਾਛੀਵਾੜੇ ਦੇ ਜੰਗਲ। ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਹੁਣ ਜ਼ਮੀਨ ਤੇ ਹੀ ਪਏ ਹੋਏ ਆ, ਭੁੰਜੇ ਹੀ, ਇੱਕ ਕਪੜਾ ਵਿਛਾ ਕੇ ਆਪਣੇ ਕਮਰ ਕੱਸੇ ਦਾ। ਜਿਸ ਸਤਿਗੁਰੂ ਦੇ 4 ਚੁਫੇਰੇ ਰੱਖਿਆ ਵਾਸਤੇ ਸਾਰੀ ਸਾਰੀ ਰਾਤ ਸਿੱਖ ਸ਼ਸਤਰ ਫੜ ਕੇ ਪਹਿਰਾ ਦਿਆ ਕਰਦੇ ਸਨ। 10,000 ਸੇਵਾ ਟਾਣੇ ਰਾਸ ਤੇ ਜਾਈ ਜਾਈ। ਹਜ਼ਾਰਾਂ ਦਾਸ ਜਿਨ੍ਹਾਂ ਦੀ ਸੇਵਾ 'ਚ ਦਿਨੇ ਰਾਤ ਹਾਜ਼ਰ ਰਹਿੰਦੇ ਸਨ। ਰਾਤ ਨੂੰ ਬਰਾਜਦੇ ਸੀ, ਰਾਤ ਵੀ ਹਜ਼ਾਰਾਂ ਪਹਿਰੇਦਾਰ ਰਹਿੰਦੇ ਸਨ, ਸੇਵਾ 'ਚ ਹਾਜ਼ਰ ਰਹਿੰਦੇ ਸਨ। ਤੇ ਅੰਮ੍ਰਿਤ ਵੇਲੇ ਜਦੋਂ ਰਾਗਾਂ ਦੇ ਵਿੱਚ ਸ਼ਬਦ ਦਾ ਗਾਇਨ ਹੁੰਦਾ ਸੀ ਤੇ ਉਹ ਆਵਾਜ਼ ਸਰਵਣਾ ਵਿੱਚ ਪੈਂਦੀ ਸੀ, ਤੇ ਉਹਨਾਂ ਸ਼ਬਦਾਂ ਦੀ ਆਵਾਜ਼ ਨਾਲ ਮਹਾਰਾਜ ਦਾ ਜਾਗਰਣ ਹੁੰਦਾ ਸੀ। ਮਨੇ ਬਤਾਨ ਜਰਿੰਦੇ ਗਜ ਪਟ ਵਰਨ ਵਰਨ ਕੇ ਪਾਛਨ ਮਾਹੀ। ਕਿ ਜਿਸ ਸਤਿਗੁਰੂ ਜੀ ਦੇ ਸੀਸ ਉੱਤੇ ਜਰੀਦਾਰ ਐ ਪੂਰੇ ਗਹਿ ਗੱਚ ਜੜੇ ਹੋਏ, ਗੋਟੇ ਲੱਗੇ ਹੋਏ, ਹੀਰੇ ਮੋਤੀ ਜੜੇ ਹੋਏ, ਚੰਦੋਏ ਤਣਿਆ ਕਰਦੇ ਸਨ। ਜਿਸ ਕਲਗੀਧਰ ਪਾਤਸ਼ਾਹ ਦੇ ਸੀਸ ਉੱਤੇ ਕੀਮਤੀ ਤੋਂ ਕੀਮਤੀ ਚੰਦੋਏ ਲੱਗਿਆ ਕਰਦੇ ਸਨ। ਤੇ ਜਿਸ ਦਰਬਾਰ ਦੇ ਵਿੱਚ ਦੀਵਾਨ ਸਜਾਉਂਦੇ ਸੀ ਗਰੀਬ ਨਵਾਜ,
ਬਰਨ ਬਰਨ ਕੇ ਫਰਸ਼ਨ ਮਾਹੇ, ਉੱਥੇ ਰੰਗਾਂ ਰੰਗਾਂ ਦੇ ਗਲੀਚੇ ਵਿੱਚ ਜਾਂਦੇ ਸੀ ਜਿੱਥੇ ਦੀਵਾਨ ਸਜਾਉਣਾ ਹੁੰਦਾ। ਐਸੇ ਸਤਿਗੁਰੂ ਬਿਨ ਬਸ਼ਾਮਣੀ ਤੂੰ ਸੇਜ ਅਬ ਤੇਰੇ ਗੁਰੂ ਅਚਰਜ ਬਹੁ ਆਹੀ। ਹੁਣ ਬਿਨਾਂ ਹੀ ਕਿਸੇ ਵਿਛਾਉਣੇ ਤੇ ਜ਼ਮੀਨ ਤੇ ਹੀ ਸਤਿਗੁਰੂ ਜੀ ਲੰਮੇ ਪਏ ਆ। ਤੇ ਕਵੀ ਜੀ ਕਹਿੰਦੇ ਵੀ ਬਹੁਤ ਹੀ ਅਸਚਰਜ ਗੱਲ ਹੈ, ਬਹੁਤ ਹੀ ਅਸਚਰਜ ਗਾਥਾ ਹੈ। ਮਾਛੀਵਾੜੇ ਦੇ ਜੰਗਲ ਤੇ ਜ਼ਮੀਨ ਤੇ ਹੀ ਸਤਿਗੁਰੂ ਜੀ ਬਿਰਾਜੇ ਹੋਏ, ਕੈਸੀ ਅਸਚਰਜ ਹੈ। ਬਿਨ ਵਿਛਾਵਣੇ ਭੂਮ ਸੇਜ, ਹੁਣ ਭੂਮੀ ਨੂੰ ਹੀ ਸੇਜਾ ਬਣਾਇਆ ਹੋਇਆ। ਤੇਰੇ ਗੁਰੂ ਅਚਰਜ ਬਹੁ ਆਏ, ਬਹੁਤ ਹੀ ਅਸਚਰਜ ਹੈ। ਇੱਥੇ ਫਿਰ ਸਾਧ ਸੰਗਤ ਜੀ ਮਹਾਰਾਜ ਨੇ ਜਦੋਂ ਆ ਕੇ ਸਿੰਘ ਮਿਲੇ, ਉਹ ਭਾਵੇਂ ਇੱਕ ਪ੍ਰਸੰਗ ਤੋਂ ਅਗਲੇ ਪ੍ਰਸੰਗ ਵਿੱਚ ਜਾ ਕੇ ਗਾਥਾ ਹੋਣੀ ਹੈ। ਜਦੋਂ ਸਿੰਘਾਂ ਦਾ ਮਿਲਾਪ ਹੁੰਦਾ ਤੇ ਇੱਥੇ ਮਹਾਰਾਜ ਫਿਰ ਸ਼ਬਦ ਉਚਾਰਨ ਕਰਦੇ ਆ, ਖਿਆਲ ਪਾਤਸ਼ਾਹੀ ਦਸਵੀਂ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਯਾਰੜੇ ਦਾ ਮਹਾਰਾਜ ਕਹਿੰਦੇ ਯਾਰ ਦਾ। ਇੱਥੇ ਅਕਾਲ ਪੁਰਖ ਵਾਹਿਗੁਰੂ ਨੂੰ ਯਾਰ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਪਹਿਲੀ ਪੰਕਤੀ 'ਚ ਮਿੱਤਰ ਪਿਆਰਾ ਆਖਿਆ, ਅਖੀਰਲੀ ਪੰਕਤੀ 'ਚ ਯਾਰ ਆਖਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਵੀ ਵਾਹਿਗੁਰੂ ਨੂੰ ਯਾਰ ਆਖਿਆ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ। ਮਹਾਰਾਜ ਕਹਿੰਦੇ ਯਾਰ ਨੇ ਦਿੱਤਾ ਇਹ ਸੱਥਰ ਸਾਨੂੰ, ਸਾਨੂੰ ਇਹ ਮਾੜਾ ਨਹੀਂ ਲੱਗਦਾ। ਯਾਰ ਦਾ ਦਿੱਤਾ ਹੋਇਆ ਸੱਥਰ ਚੰਗਾ ਲੱਗਦਾ। ਸੱਥਰ ਕਹਿੰਦੇ ਭੁੰਜੇ ਭੁੰਜੇ ਲੰਮੇ ਪੈਣ ਨੂੰ, ਜ਼ਮੀਨ ਦੇ ਆਸਣ ਨੂੰ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਯਾਰ ਤੋਂ ਭੁੱਲ ਕੇ, ਵਾਹਿਗੁਰੂ ਤੋਂ ਭੁੱਲ ਕੇ ਜਿਹੜਾ ਖੁਸ਼ੀਆਂ ਖੇੜਿਆਂ ਦਾ ਰਹਿਣਾ ਵਾ, ਉਹ ਤੇ ਭੱਠ ਵਿੱਚ ਪੈਣ ਸੜਨ ਜੋਗਾ ਹੈ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਤੋਂ ਭੁੱਲ ਕੇ ਜਿਹੜਾ ਰਜਾਈਆਂ ਲੈ ਕੇ ਸੌਣਾ, ਇਹ ਤੇ ਰੋਗ ਹੈ। ਕਿਉਂਕਿ ਸਤਿਗੁਰੂ ਬਿਨਾਂ ਰਜਾਈ ਤੋਂ ਹੀ ਪਏ ਹੋਏ ਨਾ ਉਸ ਵੇਲੇ। 8 ਪੋਹ ਦੀ ਰਾਤ ਨੂੰ ਮਾਛੀਵਾੜੇ ਦੇ ਜੰਗਲ 'ਚ ਟਿੰਡ ਦਾ ਸਿਰਹਾਣਾ ਲਾ ਕੇ ਬਿਨਾਂ ਰਜਾਈ ਤੋਂ ਹੀ ਪਏ ਆ ਨਾ। ਕੋਈ ਉੱਥੇ ਰਜਾਈ ਥੋੜਾ, ਕੋਈ ਤਲਾਈ ਥੋੜਾ ਹੈ। ਪਰ ਗਰੀਬ ਨਵਾਜ ਕਹਿੰਦੇ ਵੀ ਇਹ ਜਿਹੜਾ ਹਾਲ ਇਹ ਵੀ ਮਿੱਤਰ ਪਿਆਰੇ ਨੇ ਦਿੱਤਾ ਹੈ ਨਾ, ਇਹ ਉਹਦੇ ਹੁਕਮ ਦੇ ਵਿੱਚ ਹੀ ਹੈ ਨਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤਾਂ ਗਰੀਬ ਨਵਾਜ ਇਹ ਸੰਪਰਦਾਈ ਮਹਾਂਪੁਰਖ ਇਸ ਸ਼ਬਦ ਦਾ ਇਸ ਤਰ੍ਹਾਂ ਅਰਥ ਕਰਦੇ ਆ ਕਿ ਉਸ ਮੌਕੇ ਦੇ ਉੱਤੇ ਚਮਕੌਰ ਦੇ ਸ਼ਹੀਦ ਸੱਚਖੰਡ ਨੂੰ ਜਾ ਰਹੇ। ਸਾਹਿਬਜ਼ਾਦਿਆਂ ਦੀਆਂ ਰੂਹਾਂ ਸੱਚਖੰਡ ਨੂੰ ਜਾ ਰਹੀਆਂ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਦੀਆਂ। ਤੇ ਮਹਾਰਾਜ ਕਹਿੰਦੇ ਉਹਨਾਂ ਨੂੰ ਵੀ ਸਾਡੇ ਮਿੱਤਰ ਪਿਆਰੇ ਵਾਹਿਗੁਰੂ ਜੀ ਨੂੰ ਸਾਡਾ ਹਾਲ ਹੈ ਕਹਿਣਾ। ਉਸ ਨੂੰ ਉਹ ਸਾਡਾ ਮਿੱਤਰ ਪਿਆਰਾ, ਮਿੱਤਰ ਪਿਆਰੇ, ਅਸੀਂ ਉਹਦੇ ਮੁਰੀਦ ਹਾਂ। ਮੁਰੀਦ ਕਿਹਾ ਜਾਂਦਾ ਸਿੱਖ ਨੂੰ, ਸੇਵਕ ਨੂੰ, ਚੇਲੇ ਨੂੰ। ਮੁਸਲਮਾਨੀ ਮੱਤ ਵਿੱਚ ਗੁਰੂ ਨੂੰ ਮੁਰਸ਼ਿਦ ਕਹਿੰਦੇ ਆ ਤੇ ਚੇਲੇ ਨੂੰ ਮੁਰੀਦ ਕਹਿੰਦੇ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ। ਤੇਰੇ ਤੋਂ ਬਿਨਾ ਰਜਾਈਆਂ ਲੈ ਕੇ ਜਿਹੜਾ ਸੌਣਾ ਹੈ ਨਾ, ਓਢਣ ਨਾਮ ਉੱਤੇ ਲੈਣ ਦਾ। ਰਜਾਈਆਂ ਲੈ ਕੇ ਸੌਣਾ ਇਹ ਤੇ ਰੋਗ ਆ, ਇਹ ਤਾਂ ਬਿਮਾਰੀ ਜੇ ਤੂੰ ਚੇਤੇ ਨਹੀਂ। ਪਰ ਜੇ ਜ਼ਮੀਨ ਤੇ ਲੰਮੇ ਪੈ ਕੇ ਵੀ ਤੂੰ ਚੇਤੇ ਆ ਤੇ ਇਹ ਚੰਗਾ ਵਾ। ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਜਿਹੜਾ ਚੰਗੇ ਚੰਗੇ ਮਹਿਲ ਮਾੜੀਆਂ ਵਿੱਚ ਨਿਵਾਸਾਂ ਵਿੱਚ ਰਹਿਣਾ ਨਾ, ਮਹਾਰਾਜ ਕਹਿੰਦੇ ਉਹ ਤਾਂ ਸੱਪਾਂ ਵਿੱਚ ਰਹਿਣਾ ਹੈ ਤੈਨੂੰ ਭੁੱਲ ਕੇ, ਨਾਗਾਂ ਵਿੱਚ ਰਹਿਣਾ। ਸੂਲ ਸੁਰਾਹੀ, ਉਹ ਸੁਰਾਹੀਆਂ ਪੀਂਦੇ ਨਾ, ਕਈ ਤਰ੍ਹਾਂ ਦੇ ਪਿਆਲੇ ਸੁਰਾਹੀਆਂ 'ਚ ਪਾ ਕਰਕੇ ਕਈ ਕੁਝ ਪੀਤਾ ਜਾਂਦਾ ਹੈ। ਮਹਾਰਾਜ ਕਹਿੰਦੇ ਸੁਰਾਹੀਆਂ ਦਾ ਪੀਣਾ ਪਰਮੇਸ਼ਰ ਨੂੰ ਭਰਾ ਕੇ ਸੂਲ ਹੋਣਾ ਹੈ।
ਸੂਲ ਸੁਰਾਹੀ ਪੀੜ ਦਾ ਹੋਣਾ ਹੈ, ਉਹ ਤਾਂ ਪੀੜ ਹੈ, ਉਹ ਤਾਂ ਬਿਮਾਰੀ ਹੈ। ਸੂਲ ਸੁਰਾਹੀ ਖੰਜਰ ਪਿਆਲਾ, ਸੂਲ ਇੱਕ ਤਰ੍ਹਾਂ ਦੇ ਸ਼ਸਤਰ ਨੂੰ ਵੀ ਆਖਿਆ ਜਾਂਦਾ ਹੈ, ਬਰਸ਼ੇ ਨੂੰ ਵੀ ਆਖਿਆ ਜਾਂਦਾ ਹੈ। ਉਹ ਤਾਂ ਬਰਸ਼ੇ ਦਾ ਵੱਜਣਾ ਹੈ, ਪਰਮੇਸ਼ਰ ਨੂੰ ਭੁੱਲ ਕੇ ਜਿਹੜਾ ਸੁਰਾਹੀਆਂ ਦਾ ਪੀਣਾ, ਜਿਹੜੇ ਪਿਆਲੇ ਪੀਣੇ ਆ ਨਾ, ਉਹ ਤਾਂ ਖੰਜਰ ਦਾ ਵੱਜਣਾ ਹੈ, ਖੰਜਰ ਦਾ ਦੁੱਖ ਹੈ। ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਪਰਮੇਸ਼ਰ ਨੂੰ ਭੁੱਲ ਕਰਕੇ ਜਿਹੜੇ ਹੋਰ ਸੁੱਖ ਆਰਾਮ ਭੋਗਣੇ ਆ, ਉਹ ਤੇ ਕਸਾਈਆਂ ਕੋਲ ਜਿਹੜਾ ਵਿੰਗਾ ਜਿਹਾ ਹਥਿਆਰ ਹੁੰਦਾ ਨਾ ਬੱਕਰੇ ਵੱਢਣ ਵਾਲਾ, ਉਹਨੂੰ ਸਹਿਣਾ ਹੈ। ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਤੋ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਿਨਾਂ ਹੀ ਵਿਛਾਉਣੇ ਤੋਂ ਅਸਚਰਜ ਹੈ, ਮਾਛੀਵਾੜੇ ਦੇ ਜੰਗਲ ਵਿੱਚ ਬਿਰਾਜੇ ਹੋਏ ਹਨ, ਟਿੰਡ ਦਾ ਸਰਾਣਾ ਲਾ ਕੇ। ਪਰ ਕਵੀ ਜੀ ਕਹਿੰਦੇ ਆ ਵੀ ਸਾਰੇ ਆਖੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਇੱਕ ਵਾਰੀ ਆਖੋ ਸਾਰੀ ਸੰਗਤ ਪ੍ਰੇਮ ਨਾਲ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ ਧੰਨ ਗੁਰਦੇਵ ਜੂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਦੇਵ। ਸੁੱਖ ਦੁੱਖ ਬ੍ਰਿਤੀ ਸਮਾਨ, ਜਿਨ੍ਹਾਂ ਦੀ ਬਿਰਤੀ ਸੁੱਖ ਤੇ ਦੁੱਖ ਵਿੱਚ ਇੱਕ ਰਸ ਹੈ। ਜਿਵੇਂ ਆਨੰਦਪੁਰ ਸਾਹਿਬ ਮਹਾਰਾਜ ਚੰਦੋਇਆਂ ਦੇ ਥੱਲੇ ਬਿਰਾਜਦੇ, ਵਧੀਆ ਵਿਛਾਉਣੇ ਦੇ ਉੱਪਰ ਮਹਾਰਾਜ ਬਿਰਾਜਦੇ, ਉਸੇ ਤਰ੍ਹਾਂ ਹੀ ਜ਼ਮੀਨ ਤੇ ਆਸਣ ਲੱਗਾ ਹੈ ਤੇ ਬਿਰਤੀ ਉਸੇ ਤਰ੍ਹਾਂ ਹੀ ਹੈ, ਇੱਕ ਰਸ। ਆਨੰਦ ਵਿੱਚ ਕੋਈ ਫਰਕ ਨਹੀਂ ਪਿਆ। ਸੁੱਖ ਦੁੱਖ ਬਿਰਤੀ ਸਮਾਨ, ਇੱਕ ਰਸ ਬਰਾਬਰ ਬਿਰਤੀ ਹੈ, ਸੁੱਖ ਦੇ ਵਿੱਚ ਵੀ ਤੇ ਦੁੱਖ ਦੇ ਵਿੱਚ ਵੀ। ਨਾ ਖੁਸ਼ੀ ਹੈ ਤੇ ਨਾ ਗਮੀ ਹੈ, ਨਾ ਹਰਖ ਹੈ ਤੇ ਨਾ ਸ਼ੋਕ ਹੈ। ਜਦੋਂ ਕੋਈ ਪਦਾਰਥ ਮਿਲ ਜਾਵੇ ਉਦੋਂ ਹਰਖ ਪੈਦਾ ਹੁੰਦਾ, ਖੁਸ਼ੀ ਪੈਦਾ ਹੁੰਦੀ। ਜਦੋਂ ਕੋਈ ਪਦਾਰਥ ਚਲੇ ਜਾਵੇ ਫਿਰ ਸਾਡੇ ਸੰਸਾਰੀ ਜੀਵਾਂ ਦੇ ਅੰਦਰ ਸ਼ੋਕ ਪੈਦਾ ਹੁੰਦਾ। ਕੋਈ ਘਰ ਦੀ ਵਸਤੂ ਜਿਹੜੀ ਉਹ ਗਵਾਚ ਜਾਵੇ, ਖਤਮ ਹੋ ਜਾਵੇ, ਕੋਈ ਪ੍ਰਾਣੀ ਚਲੇ ਜਾਵੇ ਤੇ ਸਾਡੇ ਅੰਦਰ ਸ਼ੋਕ ਪੈਦਾ ਹੋ ਜਾਂਦਾ ਹੈ। ਪਰ ਭਾਈ ਸਾਹਿਬ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਬਿਰਤੀ ਇੱਕ ਰਸ ਹੈ, ਖੁਸ਼ੀ ਤੇ ਗਮੀ ਦੇ ਵਿੱਚ। ਪਦਾਰਥ ਆਏ ਤੋਂ ਹਰਖ ਨਹੀਂ ਤੇ ਗਏ ਤੋਂ ਸ਼ੋਕ ਨਹੀਂ, ਗਮੀ ਨਹੀਂ, ਹਰਖ ਸ਼ੋਕ ਜਾ ਕੇ ਨਹੀਂ। ਰਾਗ ਨਾ ਦ્વੈਸ਼ ਮਹਾਨ, ਨਾ ਰਾਗ ਹੈ ਤੇ ਨਾ ਦ્વੈਸ਼ ਹੈ। ਰਾਗ ਕਹਿੰਦੇ ਮੋਹ ਨੂੰ ਤੇ ਦ્વੈਸ਼ ਕਹਿੰਦੇ ਈਰਖਾ ਨੂੰ। ਨਾ ਕਿਸੇ ਨਾਲ ਮੋਹ ਹੈ ਤੇ ਨਾ ਕਿਸੇ ਨਾਲ ਈਰਖਾ ਹੈ, ਨਫ਼ਰਤ ਹੈ। ਇਹ ਅਵਸਥਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਜੰਗ ਉਹਨਾਂ ਨੇ ਕੀਤਾ ਹੈ, ਕਰ ਰਹੇ ਹਨ, ਪਰ ਵੈਰ ਕਿਸੇ ਨਾਲ ਨਹੀਂ। ਬਿਰਤੀ ਨਿਰਵੈਰ ਹੈ, ਡਰ ਕਿਸੇ ਦਾ ਨਹੀਂ, ਨਿਰਭਉ ਹਨ, ਨਿਰਵੈਰ ਹਨ। ਇਸ ਕਰਕੇ ਰਾਗ ਕੋਈ ਨਹੀਂ। ਪੁੱਤਰ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ, ਪਰਿਵਾਰ ਖੇਰੂ ਖੇਰੂ ਹੋ ਗਿਆ, ਮੋਹ ਨਹੀਂ। ਨਾ ਮੋਹ ਹੈ ਤੇ ਨਾ ਦ્વੈਸ਼ ਹੈ, ਨਾ ਈਰਖਾ ਹੈ। ਐਸੇ ਮਹਾਨ ਸਤਿਗੁਰੂ ਹਨ। ਰਾਗ ਨਾ ਦ્વੈਸ਼ ਮਹਾਨ, ਮਹਾਨ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਜੋ ਗੁਰਬਾਣੀ 'ਚ ਬਚਨ ਸਤਿਗੁਰਾਂ ਨੇ ਉਚਾਰਨ ਕੀਤੇ ਨਾ, ਉਹਦੀ ਵਿਆਖਿਆ ਗੁਰੂ ਸਾਹਿਬਾਂ ਨੇ ਆਪ ਹੀ ਕੀਤੀ ਹੈ। ਜਿਵੇਂ ਪੰਚਮ ਪਾਤਸ਼ਾਹ ਨੇ ਆਖਿਆ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਇਹ ਅਵਸਥਾ ਤੇ ਅਸਲ ਵਿੱਚ ਸਤਿਗੁਰਾਂ ਦੀ ਆਪਣੀ ਹੀ ਹੈ, ਜਾਂ ਜਿਹਦੇ ਤੇ ਮਿਹਰ ਦੀ ਨਿਗਾਹ ਕਰਦੇ ਨੇ ਉਹਦੀ ਬਣਾ ਦੇਣ। ਜੋ ਪਿਤਾ ਨਾਵੇਂ ਪਾਤਸ਼ਾਹ ਜੀ ਨੇ ਬਚਨ ਉਚਾਰਨ ਕੀਤੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ। ਉਹਦੀ ਵਿਆਖਿਆ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਆਪ ਹੀ ਕੀਤੀ ਹੈ, ਸਤਿਗੁਰਾਂ ਦੇ ਪਰਿਵਾਰ ਨੇ ਕੀਤੀ ਹੈ। ਤਾਂ ਇਸੇ ਸਤਿਗੁਰਾਂ ਨੂੰ ਕਹਿੰਦੇ ਧੰਨ ਧੰਨ ਆਖੀਏ, ਜਿਹੜੇ ਇੱਕ ਰਸ ਹਨ ਸੁੱਖ ਦੁੱਖ ਦੇ ਵਿੱਚ, ਖੁਸ਼ੀ ਗਮੀ ਦੇ ਵਿੱਚ, ਜਿਨ੍ਹਾਂ ਵਿੱਚ ਨਾ ਹਰਖ ਹੈ, ਨਾ ਸ਼ੋਕ ਹੈ, ਨਾ ਰਾਗ, ਨਾ ਦ્વੈਸ਼ ਹੈ। ਦੋਹਰਾ ਸੰਤ ਸਿਮਰਨ ਵੀਰ ਔਰ ਵੀਰਨ ਵੀਰ
ਵਿਸਾਲ ਹੁਣ ਕਹਿੰਦੇ ਚਮਕੌਰ ਗੜੀ ਦੇ ਵਿੱਚ ਆਪਣਾ ਧਿਆਨ ਲੈ ਕੇ ਜਾਓ, ਜਿੱਥੇ ਗੁਰੂ ਕੇ ਸੂਰਬੀਰ ਸੰਤ ਸਿੰਘ ਜੀ, ਸੰਤ ਸਿੰਘ ਰਣ ਧੀਰ, ਔਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵੱਡੀ ਧੀਰਜ ਹੈ, ਜਿਹੜੇ ਮਹਾਨ ਹੀ ਜੰਗ ਦੇ ਵਿੱਚ ਲੜਨ ਵਾਲੇ, ਜੂਝਣ ਵਾਲੇ ਸੂਰਮੇ ਹਨ। ਵੀਰਨ ਵੀਰ ਵਿਸਾਲ, ਤੇ ਸੂਰਬੀਰਾਂ ਵਿੱਚੋਂ ਵਿਸਾਲ ਕਹੀਏ ਵੱਡੇ ਹੀ ਸੂਰਬੀਰ ਹਨ। ਤਾ ਪ੍ਰਭ ਖਾਲਸੇ ਲੈ ਗੁਰਮਤਿ ਸਿਪਾਲ ਜਦੋਂ ਖਾਲਸੇ ਨੂੰ ਵਡਿਆਈ ਦਿੱਤੀ ਹੈ ਤੇ ਖਾਲਸੇ ਵਿੱਚ ਭਾਈ ਸੰਤ ਸਿੰਘ ਜੀ ਨੂੰ ਮੁਖਤਾ ਪ੍ਰਾਪਤ ਹੋਈ। ਉਹ ਮੁੱਖ ਰੂਪ ਵਿੱਚ ਹਨ ਖਾਲਸੇ ਵਿੱਚ, ਕਿਉਂਕਿ ਇਹਨਾਂ ਦੇ ਸੀਸ ਉੱਤੇ ਕਲਗੀਧਰ ਪਾਤਸ਼ਾਹ ਜੀ ਨੇ ਕਲਗੀ ਸਜਾਈ ਹੈ। ਇਸ ਕਰਕੇ ਪੰਜਾਂ ਸਿੰਘਾਂ ਦੇ ਵਿੱਚ ਇਹਨਾਂ ਨੂੰ ਵੀ ਉਹ ਨਾਲ ਵਡਿਆਈ ਪ੍ਰਾਪਤ ਹੋਈ ਹੈ ਜਦੋਂ ਖਾਲਸੇ ਨੇ ਗੁਰਤਾ ਪ੍ਰਾਪਤ ਕੀਤੀ ਹੈ। ਪਾਲੜੀ ਚੰਦ ਸਿਰ ਬੜੀ ਜਿਗਾ ਕਲਗੀ ਸਹਾਈ ਭਾਈ ਸੰਤ ਸਿੰਘ ਜੀ ਦੇ ਸੀਸ ਉੱਤੇ ਕਲਗੀਧਰ ਪਾਤਸ਼ਾਹ ਨੇ ਜਿਗਾ ਦੇ ਵਿੱਚ ਕਲਗੀ ਬੰਨੀ ਹੈ। ਉਹ ਕਲਗੀ ਸੋਭਨੀਕ ਹੋ ਰਹੀ ਹੈ। ਵੀਰ ਮਨ ਮੂਰਤ ਬਣਾਈ ਜਾਣੋ ਕਿ ਭਾਈ ਸੰਤ ਸਿੰਘ ਜੀ ਵੀਰ ਰਸ ਦਾ ਹੀ ਸਰੂਪ ਬਣ ਗਏ। ਹਰ ਮੈਂ ਪਧਾਂਡ ਹਰ ਸਾਰ ਪਟਾਂਡ ਹੱਥ ਦੇ ਵਿੱਚ ਬੜਾ ਕਰੜਾ ਧਨਕ ਹੈ ਤੇ ਤਿੱਖੇ ਤਿੱਖੇ ਤੇਜ ਤੀਰ ਫੜੇ ਹੋਏ ਹਨ। ਤੇ ਕਰਾ ਚੋਲ ਠੇ ਘਨ ਘਮੰਡ ਤੇ ਇਸੇ ਤਰ੍ਹਾਂ ਗਾਤਰੇ ਸ੍ਰੀ ਸਾਹਿਬ ਵੀ ਹੈ ਤੇ ਵੀਰ ਰਸ ਦੇ ਵਿੱਚ ਜੰਗ ਕਰਨਾ ਚਾਹੁੰਦੇ ਹਨ। ਹੁਣ ਦੂਸਰ ਸੰਗਤ ਸਿੰਘ ਸੰਗ ਫਿਰ ਦੂਸਰਾ ਸਿੰਘ ਨਾਲ ਹੈ ਭਾਈ ਸੰਗਤ ਸਿੰਘ ਜੀ। ਪੜੀ ਚਲੋ। ਇਹ ਕਹਿ ਬਿਕਸੀ ਮਤ ਉਤੰਗ ਤੇ ਜਿਨ੍ਹਾਂ ਨੂੰ ਕਹਿੰਦੇ ਹਨ ਕਿ ਇਹ ਬੰਗਸੀ ਹਨ, ਬੰਗਸ ਦੇ ਇਲਾਕੇ ਵਾਲੇ ਹਨ, ਉੱਚੀ ਮੱਤ ਵਾਲੇ ਭਾਈ ਸੰਗਤ ਸਿੰਘ ਜੀ। ਕਸੇ ਤਪੰਗਨ ਸ਼ੋਰ ਸ਼ੋਰ ਕਹਿੰਦੇ ਵੀ ਬਿਨਾ ਗੋਲੀਆਂ ਤੋਂ ਹੀ ਗੁਰੂ ਕਾ ਵਰਦਾਨ ਸੀ ਨਾ, ਬਖਸ਼ਿਸ਼ ਸੀ, ਇਸ ਕਰਕੇ ਤੁਫੰਗਾਂ ਨੂੰ, ਬੰਦੂਕਾਂ ਨੂੰ ਉਧਰ ਨੂੰ ਕੱਸ ਕੱਸ ਕੇ ਤੇ ਗੋਲੀਆਂ ਚਲਾ ਰਹੇ ਹਨ। ਔਰ ਫਿਰ ਅਰ ਟੋਰ ਟੋਰ ਤੇ ਗੜੀ ਦੇ ਵਿੱਚ ਚਾਰ ਚਫੇਰੇ ਫਿਰ ਰਹੇ ਆ, ਵੈਰੀਆਂ ਨੂੰ ਟੋਲ ਟੋਲ ਕੇ ਮਾਰਦੇ ਹਨ। ਗੁਰਗਾਨ ਸੰਗ ਤਨ ਸ਼ੋਰ ਸ਼ੋਰ ਟੋਰ ਟੋਰ ਤੇ ਕਹਿੰਦੇ ਗੋਲੀਆਂ ਦੇ ਨਾਲ ਸਰੀਰਾਂ ਨੂੰ ਫੋੜੀ ਫੋੜੀ ਜਾਂਦੇ ਹਨ। ਜੰਤ ਜਤਾ ਕਨ ਘੋਰ ਘੋਰ ਤੇ ਉਸ ਵੇਲੇ ਗੋਲੀਆਂ ਵੱਜਦੀਆਂ ਗੱਜਦੀਆਂ ਜਿਵੇਂ ਬੱਦਲ ਬੜਾ ਭਿਆਨਕ ਗੱਜਦਾ ਹੈ। ਦੋਨੋਂ ਸੋ ਵੀਰ ਹੱਥ ਔਰ ਔਰ ਦੋਵੇਂ ਸੂਰਬੀਰ ਕਹਿੰਦੇ ਵੀ ਇਧਰ ਉਧਰ ਵਿਚਰ ਕਰਕੇ ਸ਼ਸਤਰਾਂ ਦੇ ਵਾਰ ਕਰ ਰਹੇ ਗੜੀ ਦੇ ਵਿੱਚੋਂ। ਤਨ ਸਿਵਾ ਪੁਕਾਰ ਠਾਰ ਠਾਰ ਇਹ ਰਾਤ ਦਾ ਸਮਾਂ ਹੈ, ਗੜੀ ਦੇ ਵਿੱਚੋਂ ਹੀ ਵਾਰ ਕਰ ਰਹੇ ਬਾਹਰਲੇ ਪਾਸੇ ਜਿਹੜੇ ਤੁਰਕ ਸੀ ਉਹਨਾਂ ਦੇ ਉੱਤੇ। ਉਸ ਮੌਕੇ ਦੇ ਉੱਤੇ ਕਹਿੰਦੇ ਵੀ ਗਿੱਦੜ ਜਿਹੜੇ ਆ ਉਹ ਥਾਂ ਥਾਂ ਤੇ ਬੋਲ ਰਹੇ ਆ ਜੰਗ ਦੇ ਮੈਦਾਨ ਵਿੱਚ। ਹਾਂਜੀ। ਦੁਕਾਨ ਟੁੰਡ ਗਨ ਟੋਰ ਟੋਰ ਤੇ ਤੁਰਕਾਂ ਸਮੂਹ ਦੇ ਤੁੰਡ ਕਹੀਏ ਮੂੰਹਾਂ ਨੂੰ ਤੋੜ ਤੋੜ ਦਿੱਤਾ ਸਿੰਘਾਂ ਨੇ। ਕਿਸਰਾਸ ਅਗਤ ਕੇ ਮੋਰ ਮੋਰ ਤਾਂ ਇਸ ਤਰ੍ਹਾਂ ਕਹਿੰਦੇ ਵੀ ਉਹਨਾਂ ਨੂੰ ਡਰ ਦੇ ਦਿੱਤਾ ਹੈ, ਅੱਗੋਂ ਮੋੜ ਮੋੜ ਕੇ ਰੱਖ ਦਿੱਤੇ ਉਹਨਾਂ ਦੇ ਮੂੰਹ। ਹਰ ਤੀਰ ਕਰਾ ਕਰ ਮਾਰ ਮਾਰ ਭਾਈ ਸੰਤ ਸਿੰਘ ਜੀ ਤੇ ਭਾਈ ਸੰਗਤ ਸਿੰਘ ਨੇ ਇਹ 8 ਪੋਹ ਦੀ ਰਾਤ ਨੂੰ, ਜਿਹੜੀ ਰਾਤ ਬੀਤੀ ਹੈ, ਲੰਘੀ ਹੈ, 9 ਪੋਹ ਦਾ ਦਿਨ ਚੱਲ ਰਿਹਾ, ਇਹ ਰਾਤ ਤੋਂ ਕਥਾ ਆਰੰਭ ਕੀਤੀ ਕਵੀ ਜੀ ਨੇ। ਜਦੋਂ ਕਲਗੀਧਰ ਪਾਤਸ਼ਾਹ ਗੜੀ ਛੱਡ ਕੇ ਚਲੇ ਗਏ ਸੀ, ਉਸ ਤੋਂ ਮਗਰੋਂ ਜਿਵੇਂ ਇਹ ਤੁਰਕਾਂ ਦਾ ਮੁਕਾਬਲਾ ਕਰ ਰਹੇ, ਤਾਂ ਕਹਿੰਦੇ ਹਨ ਕਿ ਉਸ ਮੌਕੇ ਦੇ ਉੱਤੇ ਤਿੱਖੇ ਤਿੱਖੇ ਤੀਰ ਬੜੀ ਤੇਜ਼ੀ ਦੇ ਨਾਲ ਮਾਰੀ ਜਾ ਰਹੇ ਹਨ। ਰਹੇ ਦੁਰਗ ਤੇਰ ਧਾਰ ਧਾਰ ਤੇ ਕਿਲੇ ਦੇ ਵਿੱਚ ਦ੍ਰਿੜ ਪੱਕੇ ਹੋ ਕੇ ਰਹੇ ਆ, ਤੇਰੇ ਤੇ ਕਹੀਏ ਧੀਰਜ ਧਾਰਨ ਕਰ ਕਰਕੇ। ਮਨਿਸਾ ਬੀਤੀ ਤਨ ਤਾਨ ਤਾਨ ਇਸ ਤਰ੍ਹਾਂ ਰਾਤ ਬੀਤ ਗਈ ਆ, ਪਰ ਰਾਤ ਵੀ ਇਹਨਾਂ ਨੇ ਧਨਖ ਤਾਣ ਤਾਣ ਕੇ ਤੀਰ ਚਲਾਏ। ਅਟੁਕ ਕਟੜਾਕੀ ਥਾਨ ਥਾਨ ਤਾਂ ਗੋਲੀਆਂ ਛੱਡੀਆਂ ਬੰਦੂਕਾਂ ਦੇ ਵਿੱਚੋਂ ਠਾਣ ਠਾਣ ਕੇ ਕਿ ਚਲਾ ਚਲਾ ਕੇ ਤੜਾਕੇ, ਬਹੁਤ ਤਾੜ ਤਾੜ ਦੀ ਆਵਾਜ਼ ਆਈ ਹੈ। ਲਾਖੋ ਜੋਦਾ ਹੀਰ ਹੀਰ ਤਾਂ ਲੱਖਾਂ ਕਹਿੰਦੇ ਯੋਧਿਆਂ ਦੀ ਮੌਤ ਹੋ ਗਈ ਹੈ, ਵੇਖ ਵੇਖ ਮਾਰੀਆਂ ਗੋਲੀਆਂ। ਤੀਨ ਨਾਗ ਰਹਿ ਟੇਰ ਟੇਰ ਕਹਿੰਦੇ ਜੰਗ ਦੇ ਮੈਦਾਨ ਦੇ ਵਿੱਚ ਪ੍ਰੇਤ ਆਦਿਕ ਬੋਲ ਰਹੇ ਆ, ਟੇਰ ਟੇਰ ਰਹੇ, ਉੱਚੀ ਉੱਚੀ ਬੋਲ ਰਹੇ ਆ। ਪੁਕਾਰ ਗਨ ਕੂਕ ਕੂਕ ਗਿੱਦੜ ਵੀ ਬਹੁਤਾ ਸਮੂਹ ਟੋਲਾ ਗਿੱਦੜਾਂ ਦਾ ਕੂਕ ਪੁਕਾਰਾਂ ਕਰ ਰਹੇ ਹਨ। ਨਿਕ ਛਤਰ ਬਹੁ ਕੂਕ ਟੂਕ ਟੂਕ ਤੇ ਗੜੀ ਦੇ ਨੇੜੇ ਰਾਤ ਦੇ ਮੌਕੇ ਤੇ ਇਸੇ ਤਰ੍ਹਾਂ ਦਿਨ ਦਾ ਚੜ੍ਹਾਅ ਹੋਣ ਵਾਲਾ ਹੀ ਹੈ, ਤੇ ਬਹੁਤੇ ਸ਼ਤਰੂ ਨੇੜੇ ਢੁੱਕ ਢੁੱਕ ਕੇ ਆਏ, ਨੇੜੇ ਹੋ ਕੇ ਆਏ। ਅਰਨੋਦ ਸਮੈ ਤਨ
ਸੂਰਜ ਚੜ੍ਹਨ ਦਾ ਸਮਾਂ ਹੋ ਗਿਆ ਹੈ, ਸੂਰਜ ਚੜ੍ਹ ਰਿਹਾ ਹੈ ਤਾਂ ਹਨੇਰਾ ਜਿਹੜਾ ਹੈ ਉਹ ਖਤਮ ਹੋ ਰਿਹਾ ਹੈ। ਉਜੋ ਚਹਿਤ ਤਬ ਭਾਨ ਭਾਨ, ਕਹਿੰਦੇ ਸੂਰਜ ਉਦੇ ਹੋਣਾ ਚਾਹੁੰਦਾ ਹੈ। ਨਰ ਅਲਪ ਕੋਟ ਮੈਂ ਤਾਕ ਤਾਕ, ਤਾਂ ਤੁਰਕਾਂ ਦੀ ਫੌਜ ਨੇ ਵੇਖਿਆ ਵੀ ਹੁਣ ਗੜੀ ਦੇ ਵਿੱਚ ਥੋੜੇ ਹੀ ਆਦਮੀ ਹਨ, ਉਹਨਾਂ ਨੇ ਤੱਕਣਾ ਕੀਤਾ। ਗੜ ਭੇਜ ਲਿਓ ਤਮ ਝਾਕ ਝਾਕ, ਝਾਕ ਝਾਕ ਕੇ ਸੱਜਿਓਂ ਖੱਬਿਓਂ ਇਧਰੋਂ ਉਧਰੋਂ ਤੇ ਗੜੀ ਦਾ ਸਾਰਾ ਭੇਦ ਲੈ ਲਿਆ ਵੀ ਬਹੁਤੇ ਨਹੀਂ, ਅੰਦਰ ਦੋ ਕੀ ਸਿੰਘ ਹਨ। ਅਨੁਸਾਰ ਭਈ ਅਰ ਜਾਨ ਜਾਨ, ਤਾਂ ਉਹਨਾਂ ਜਾਣਿਆ ਵੀ ਹੁਣ ਪੁਨਸਾਰ ਵੀ ਹੋ ਗਈ ਹੈ, ਦਿਨ ਵੀ ਚੜ ਗਿਆ ਹੈ। ਫਲਸਾਸ ਢੁਕੇ ਗਨ ਆਨ ਆਨ, ਡਰ ਛੱਡ ਕਰਕੇ ਤੇ ਨੇੜੇ ਆਣ ਕੇ ਤੇ ਨੇੜੇ ਢੁੱਕ ਗਏ, ਨੇੜੇ ਹੋ ਗਏ ਬਹੁਤੇ। ਹਰਕਰਾ ਚਾਲ ਗਏ ਚੋਰ ਦੌਰ, ਤੇ ਹੱਥਾਂ ਦੇ ਵਿੱਚ ਕਿਰਪਾਨਾਂ ਕੱਢੀਆਂ ਤੇ ਦੌੜ ਦੌੜ ਕੇ ਆਏ ਤੁਰਕ। ਔਰ ਰੋਰ ਪਾਰ ਠੌਰ ਠੌਰ, ਚਾਰ ਛਪੇਰੇ ਰੌਲਾ ਹੋ ਗਿਆ ਥਾਂ ਥਾਂ ਤੇ। ਕੀਚਣ ਲਗੇ ਸੋ ਤਬ ਆਏ ਆਏ, ਗੜੀ ਦੀਆਂ ਕੰਧਾਂ ਦੇ ਨੇੜੇ ਆ ਕੇ ਕੰਧਾਂ ਨਾਲ ਲੱਗ ਗਏ। ਜੜਾਂ ਰਿਓ ਕਰ ਪਾਈ ਪਾਈ, ਤਾਂ ਉਸ ਵੇਲੇ ਹੱਥ ਪਾ ਕੇ ਤਾਂ ਚੜਨ ਲੱਗੇ। ਇਕ ਤਰ ਕਮਰੀ ਗਨ ਧਾਈ ਧਾਈ, ਇਸ ਤਰ੍ਹਾਂ ਕਹਿੰਦੇ ਵੀ ਜਦੋਂ ਪਿੱਖ ਤੁਰਕ ਮਰੇ ਜਦੋਂ ਵੇਖਿਆ ਨਾ ਉਹਨਾਂ ਨੇ, ਤੇ ਬਹੁਤੇ ਤੁਰਕ ਮਰੇ ਹਨ, ਅੱਗੋਂ ਸਿੰਘਾਂ ਨੇ ਵਾਰ ਕੀਤਾ ਫਿਰ ਦੌੜੇ ਹਨ। ਜੁਗ ਸਿੰਘ ਅਨਕ ਕੋ ਘਾਏ ਘਾਏ, ਦੋਵੇਂ ਹੀ ਸਿੰਘ ਭਾਈ ਸੰਤ ਸਿੰਘ ਤੇ ਭਾਈ ਸੰਗਤ ਸਿੰਘ ਅਨੇਕਾਂ ਨੂੰ ਮਾਰੀ ਜਾ ਰਹੇ। ਪਰ ਗਏ ਸਕਲ ਨ ਤੀਰ ਤੀਰ, ਫਿਰ ਤੀਰ ਚਲਾਉਂਦਿਆਂ ਸਿੰਘਾਂ ਦੇ ਤੀਰ ਸਮਾਪਤ ਹੋ ਗਏ, ਤੀਰ ਥੁੜ ਗਏ, ਤੀਰ ਮੁੱਕ ਗਏ। ਨਿਸ ਸਜੇ ਵੇਦ ਤਨ ਵੀਰ ਵੀਰ, ਕਿਉਂਕਿ ਅੱਧੀ ਰਾਤ ਤੋਂ ਲੈ ਕੇ ਦਿਨ ਚੜ੍ਹਨ ਤੀਕ ਤੀਰ ਚਲਾਈ ਗਏ ਸੀ। ਕਈਆਂ ਸਰੀਰਾਂ ਨੂੰ, ਕਈਆਂ ਵੀਰਾਂ ਨੂੰ ਇਹਨਾਂ ਨੇ ਵਿੰਨ ਵਿੰਨ ਕੇ ਰੱਖ ਦਿੱਤਾ ਸੀ ਤੀਰਾਂ ਨਾਲ। ਖੇਤੇ ਮਿਆਨ ਕਿਰਪਾਨ ਪਾਨ, ਹੁਣ ਆਪਣੇ ਮਿਆਨਾਂ ਚੋਂ ਕਿਰਪਾਨਾਂ ਦੋਵਾਂ ਸੂਰਬੀਰਾਂ ਨੇ ਖਿੱਚ ਲਈਆਂ ਖਦਾਰਨ ਸ਼ੇਰ ਸਮਾਨ ਮਾਨ, ਤੇ ਚਿਹਰੇ ਦੋਨਾਂ ਦੇ ਲਾਲ ਹੋਏ ਪਏ ਆ, ਸ਼ੇਰ ਦੇ ਸਮਾਨ ਬੱਬਰ ਸ਼ੇਰ ਐ ਲਾਲੋ ਲਾਲ ਹੋਏ ਹਨ। ਜਨ ਬਲੋਚਨ ਲਾਲ ਲਾਲ, ਤੇ ਨੇਤਰ ਵੀ ਲਾਲ ਲਾਲ ਹੋਏ ਆ, ਚਿਹਰਾ ਸ਼ੇਰ ਦੀ ਤਰ੍ਹਾਂ ਭਿਆਨਕ ਹੋ ਰਿਹਾ ਹੈ, ਡਰਾਉਣਾ। ਕਨ ਅਰਨ ਲਕੇ ਤਿਸ ਕਾਲ ਕਾਲ, ਤੇ ਸਮੂਹ ਵੈਰੀਆਂ ਨੂੰ ਇਹ ਦੋਵੇਂ ਸਿੰਘ ਲੱਗਦੇ ਆ ਵੀ ਇਹ ਤਾਂ ਕਾਲ ਹੀ ਕਾਲ ਹੈ, ਇਹ ਤਾਂ ਮੌਤ ਦਾ ਹੀ ਸਰੂਪ ਹਨ। ਸਿੰਘ ਕੀ, ਇਹ ਤਾਂ ਕਾਲ ਦੇ ਸਮਾਨ ਹਨ। ਭੀਤ ਹਾਥ ਕੋ ਪਾਈ ਪਾਈ, ਉਸ ਵੇਲੇ ਕੰਧ ਨੂੰ ਹੱਥ ਪਾ ਕੇ ਤੁਰਕ ਜਦੋਂ ਅੰਦਰ ਗਏ, ਅਬ ਹਲਾ ਫੂਲ ਮੁਖ ਗਾਏ ਗਾਏ, ਮੁਖ ਤੋਂ ਬੋਲਿਆ ਹੱਲਾ ਕਰੋ, ਹਮਲਾ ਕਰੋ, ਮਾਰੋ ਮਾਰੋ। ਲਖ ਫਤਿਹ ਤੁਰਕ ਚਿਤ ਚਾਏ ਚਾਏ, ਤੇ ਤੁਰਕਾਂ ਦੇ ਚਿੱਤ ਵਿੱਚ ਚਾਅ ਵੀ ਚੜਿਆ ਹੋਇਆ ਵੀ ਹੁਣ ਗੜੀ ਦੇ ਵਿੱਚ ਅਸੀਂ ਜੰਗ ਦੀ ਫਤਿਹ ਕਰਨ ਲੱਗੇ ਹਾਂ। ਵਪਰੇ ਜੂਦ ਤਬ ਧਾਏ ਧਾਏ, ਵੀ ਹੁਣ ਤਾਂ ਦੋ ਕੀ ਸਿੰਘ ਅੰਦਰ ਰਹਿ ਗਏ, ਇਸ ਕਰਕੇ ਕੁੱਦ ਕੇ ਦੌੜ ਕੇ ਪੈ ਗਏ। ਸਭੋ ਨੂੰ ਤਰਾਸ ਕੋ ਤਿਆਗ ਤਿਆਗ, ਸਾਰੇ ਤੁਰਕਾਂ ਨੇ ਡਰ ਤਿਆਗ ਦਿੱਤਾ ਹੈ। ਜੁਗ ਸਿੰਘ ਖੜਕ ਤੇ ਝਾਗ ਝਾਗ, ਦੋਵੇਂ ਸਿੰਘ ਅੱਗੋਂ ਵੇਖ ਕੇ ਤਲਵਾਰਾਂ ਉਹਨਾਂ ਦੇ ਸੂਤ ਕੇ ਝਾੜਦੇ ਹਨ। ਤਨ ਭਾਵ ਦੇ ਕੋ ਲਾਗ ਲਾਗ, ਤਾਂ ਦੋਨਾਂ ਹੀ ਸਿੰਘਾਂ ਦੇ ਸਰੀਰਾਂ ਦੇ ਉੱਤੇ ਬਹੁਤੇ ਜ਼ਖਮ ਹੋ ਗਏ, ਬਹੁਤੇ ਜ਼ਿਆਦੇ ਜਿਹੜੇ ਵਾਰ ਹੋ ਗਏ ਸ਼ਸਤਰਾਂ ਦੇ। ਚਲਿਓ ਰਗਟ ਪਟ ਪਾਗ ਪਾਗ, ਤਾਂ ਸਰੀਰ ਵਿੱਚੋਂ ਖੂਨ ਵਹਿ ਚੱਲਿਆ ਹੈ, ਬਸਤਰ ਜਿਹੜੇ ਉਹ ਰੰਗ ਦੇ ਨਾਲ, ਖੂਨ ਦੇ ਰੰਗ ਨਾਲ ਉਹ ਲੱਥ-ਪੱਥ ਹੋ ਗਏ, ਰੰਗੇ ਗਏ। ਜੰਤ ਤਉ ਤਬ ਦੌੜ ਦੌੜ, ਪਰ ਦੋਵੇਂ ਸਿੰਘ ਫਿਰ ਵੀ ਦੌੜ ਕੇ ਪੈਂਦੇ ਆ ਤੇ ਗੱਜਦੇ ਤੁਰਕਾਂ ਦੇ ਉੱਤੇ। ਭਾਵਨ ਅਨੇਕ ਤਬ ਠੌਰ ਠੌਰ, ਭਾਵੇਂ ਅਨੇਕਾਂ ਜ਼ਖਮ ਹੋਏ ਪਏ ਥਾਂ ਤੇ ਸਰੀਰ ਦੇ ਉੱਤੇ। ਅਸ ਝਾਰਕ ਤਕਤੀ ਮਾਰ ਮਾਰ, ਤਾਂ ਉਸ ਵੇਲੇ ਮੁਖ ਤੋਂ ਕਹਿੰਦੇ ਵੀ ਤੁਰਕੋ ਤੁਹਾਨੂੰ ਮਾਰ ਦੇਵਾਂਗੇ, ਨਾਲੇ ਤਲਵਾਰਾਂ ਦੇ ਵਾਰ ਕਰਦੇ। ਅਬ ਕੰਧ ਸਭ ਤੇ ਤਾਰ ਤਾਰ, ਭਵਕਦੇ ਆ ਸ਼ੇਰਾਂ ਦੀ ਤਰ੍ਹਾਂ ਤੇ ਤਾੜਨਾ ਕਰਦੇ ਆ ਸਖਤ ਸ਼ਬਦ ਬੋਲ ਕੇ ਸਿੰਘ ਤੁਰਕਾਂ ਦੀ। ਦੁਕਾਨ ਤੋਮ ਕੋ ਕਾਟ ਕਾਟ, ਇਸ ਤਰ੍ਹਾਂ ਕਹਿੰਦੇ ਕਿ ਸਮੂਹ ਤੁਰਕਾਂ ਨੂੰ ਕੱਟ ਕੇ ਰੱਖ ਦਿੱਤਾ ਦੋਨਾਂ ਸਿੰਘਾਂ ਨੇ। ਪੀਸ ਮਾਰੀ ਕੀ ਵਾਟ ਪਾਟ, ਤਾਂ ਬਹੁਤਿਆਂ ਦੀ ਮੌਤ ਕਰ ਦਿੱਤੀ ਹੈ ਤੇ ਬਹੁਤਿਆਂ ਦੀ ਵੱਢ ਫੱਟ ਕਰ ਦਿੱਤੀ ਹੈ, ਕਈ ਜ਼ਖਮੀ ਹੋ ਗਏ। ਇਬ ਆਏ ਸੋ ਕਰੀ ਘੋਰ ਘੋਰ, ਘੇਰ ਸੈਂਕੜੇ ਜਿਹੜੇ ਦੁਸ਼ਮਣ ਵਾ ਉਹ ਸਿੰਘਾਂ ਨੂੰ ਘੇਰ ਕੇ ਘੇਰਾ ਪਾ ਕੇ ਆ ਗਏ। ਚੰਦਰਮ ਵਾਰੀ ਹੀਰ ਹੀਰ,
ਜਿਵੇਂ ਕਹਿੰਦੇ ਤਾਰੇ ਚੰਦਰਮਾ ਦੇ ਆਲੇ ਦੁਆਲੇ ਪਰਿਵਾਰ ਬਣਿਆ ਹੁੰਦਾ ਹੈ, ਚੈਨ ਅਗਰ ਕੋ ਡਾਰ ਡਾਰ ਪਰ ਸਿੰਘ ਆਪਣੇ ਚਰਨਾਂ ਨੂੰ ਆਪਣੇ ਪੈਰਾਂ ਨੂੰ ਅੱਗੇ ਕਰ ਕਰਕੇ ਬਦ ਰਹਿਓ ਜਪੈ ਲਗ ਮਾਰ ਮਾਰ ਹਾਂ ਇਸ ਤਰ੍ਹਾਂ ਬਲ ਜਿੰਨਾ ਚਿਰ ਸਰੀਰ ਵਿੱਚ ਹੈ ਨਾ ਉਹਨਾਂ ਚਿਰ ਮਾਰੀ ਮਾਰੀ ਜਾਂਦੇ ਆ ਤੁਰਕਾਂ ਨੂੰ। ਬੰਦ ਸਹਿ ਕਰੀ ਕਾਜ ਕਾਜ ਫਿਰ ਸੈਂਕੜੇ ਤੁਰਕਾਂ ਨੇ ਪਹਾੜੀਆਂ ਨੇ ਉਹਨਾਂ ਨੇ ਤਲਵਾਰਾਂ ਕੱਢ ਲਈਆਂ। ਲਗ ਸਿੰਘ ਵੀਰ ਨਮਨ ਬਾੜ ਬਾੜ ਦੋਹਾਂ ਸੂਰਬੀਰਾਂ ਦੇ ਸਰੀਰਾਂ ਨੂੰ ਉਹਨਾਂ ਨੇ ਵੱਢ ਵੱਢ ਦਿੱਤਾ ਹੈ, ਟੁਕੜੇ ਟੁਕੜੇ ਕਰ ਦਿੱਤਾ ਦੋਹਾਂ ਸਿੰਘਾਂ ਨੂੰ। ਤਬ ਗੇਰੀ ਤਰਨ ਕਰ ਵੀਰ ਵੀਰ ਤਾਂ ਫਿਰ ਕਹਿੰਦੇ ਕਿੰਨਿਆਂ ਨੂੰ ਧਰਤੀ ਤੇ ਸੁੱਟ ਸੁੱਟ ਕੇ ਫਿਰ ਸਿੰਘ ਵੀ ਧਰਤੀ ਤੇ ਡੇਗੀ ਪਏ। ਖੜਕ ਪ੍ਰਹਾਰਾ ਹੀਰ ਵੀਰ ਫਿਰ ਡਿੱਗਿਆ ਹੋਇਆਂ ਦੋਹਾਂ ਸਿੰਘਾਂ ਨੂੰ ਜਦੋਂ ਬਹੁਤੇ ਵਾਰ ਲੱਗ ਗਏ, ਬਹੁਤੇ ਜ਼ਖਮ ਹੋ ਗਏ, ਬਹੁਤੇ ਵੱਡੇ ਫੱਟੇ ਗਏ, ਫਿਰ ਧਰਤੀ ਤੇ ਡਿੱਗੇ ਆ। ਤੇ ਫਿਰ ਡਿੱਗਿਆ ਹੋਇਆਂ ਦੇ ਤੁਰਕਾਂ ਨੇ ਬਹੁਤੀਆਂ ਫੇਰ ਕਿਰਪਾਨਾਂ ਦੇ ਵਾਰ ਕਰ ਦਿੱਤੇ ਰੂਪ ਆਵਰਨ ਧਾਨ ਧਾਨ ਤੇ ਨਾਲੇ ਉੱਤੋਂ ਇਹ ਬੋਲਦੇ ਨਾਲੇ ਤਲਵਾਰਾਂ ਦੇ ਵਾਰ ਕਰੀ ਜਾਂਦੇ ਦੋਹਾਂ ਸਿੰਘਾਂ ਦੇ ਉੱਤੇ ਸੈਂਕੜੇ ਤੁਰਕ। ਤੇ ਨਾਲੇ ਕਹਿੰਦੇ ਆ ਕਲਗੀ ਲੱਗੀ ਹੋਈ ਸੀ ਨਾ ਭਾਈ ਸਾਹਿਬ ਦੇ ਸੰਤ ਸਿੰਘ ਜੀ ਦੇ, ਕਹਿੰਦੇ ਇਹ ਗੁਰੂ ਆ, ਇਹ ਗੁਰੂ ਗੋਬਿੰਦ ਸਿੰਘ ਵਾ। ਇਸ ਨੇ ਕਹਿੰਦੇ ਵੀ ਸਾਡੀ ਬਹੁਤੀ ਫੌਜ ਮਾਰੀ ਆ ਤੀਰ ਮਾਰ ਮਾਰ ਕੇ, ਜਿਸ ਕਰ ਹਤਿਓ ਤਮ ਤਾਮ ਤਾਮ ਇਸ ਨੇ ਧਨਖ ਤਾਣ ਤਾਣ ਕੇ ਤੀਰ ਛੱਡ ਛੱਡ ਕੇ ਸਾਡਾ ਬਹੁਤਾ ਲਸ਼ਕਰ ਮਾਰ ਦਿੱਤਾ, ਇਸ ਕਰਕੇ ਇਹ ਗੁਰੂ ਗੋਬਿੰਦ ਸਿੰਘ ਹੈ। ਸਭ ਬਾਜ ਮਰਨ ਚਿਤ ਚਾਈ ਚਾਈ ਜਦੋਂ ਉਹਨਾਂ ਨੇ ਆਖਿਆ ਨਾ ਸਿਪਾਹੀਆਂ ਨੇ ਵੀ ਗੁਰੂ ਗੋਬਿੰਦ ਸਿੰਘ ਮਾਰ ਲਿਆ ਵਾ, ਗੁਰੂ ਗੋਬਿੰਦ ਸਿੰਘ ਨੂੰ ਅਸੀਂ ਥੱਲੇ ਸੁੱਟ ਕੇ ਉਹਦੇ ਤੇ ਵਾਰ ਕਰ ਦਿੱਤੇ ਆ, ਤੇ ਉਸ ਵੇਲੇ ਕਹਿੰਦੇ ਖਵਾਜੇ ਮਰਦੂਦ ਦੇ ਚਿੱਤ ਵਿੱਚ ਚਾਅ ਚੜ ਗਿਆ। ਸੁਨ ਗਇਓ ਕੋਟ ਮੈਂ ਧਾਈ ਧਾਈ ਉਹ ਬਾਹਰੋਂ ਪਹਿਲਾਂ ਤਾਂ ਨਹੀਂ ਸੀ ਗਿਆ, ਜਦੋਂ ਜਿੰਨਾ ਚਿਰ ਮਹਾਰਾਜ ਅੰਦਰ ਰਹੇ ਇਹ ਕੰਧ ਨਾਲ ਲੱਗ ਕੇ ਬਚਿਆ ਸੀ ਮਹਾਰਾਜ ਤੋਂ। ਜਦੋਂ ਸਤਿਗੁਰੂ ਜੀ ਤੋਂ ਤੀਰਾਂ ਦੀ ਵਾਰਚ ਕਰਦੇ ਸੀ ਨਾ, ਤੇ ਉਸ ਵੇਲੇ ਸੋ ਮਲੇਰਕੋਟਲੇ ਦਾ ਨਵਾਬ ਸੀ ਨਾਹਰ ਖਾਂ, ਉਹ ਆਇਆ ਸੀ ਸਾਹਮਣੇ ਤੇ ਨਾਹਰ ਖਾਂ ਦੀ ਉਹ ਪੌੜੀ ਲਾ ਕੇ ਅੰਦਰ ਚੜ੍ਹਨ ਲੱਗਾ ਸੀ ਤੇ ਮਹਾਰਾਜ ਸਾਹਿਬ ਨੇ ਤੀਰ ਛੱਡਿਆ, ਉਹਦੀ ਛਾਤੀ ਚੋਂ ਪਾਰ ਕਰ ਦਿੱਤਾ। ਜਦੋਂ ਉਹ ਥੱਲੇ ਡਿੱਗਾ ਇਹ ਵੀ ਜਾਣ ਲੱਗਾ ਸੀ, ਇਹਦੇ ਵੱਲ ਨੂੰ ਮਹਾਰਾਜ ਸਾਹਿਬ ਨੇ ਕੀਤਾ ਪਹਿਲੋਂ ਛਾਲ ਮਾਰ ਕੇ ਥੱਲੇ ਵਾਣੀ ਜੀ 'ਚ ਮੂੰਹ ਪਾ ਕੇ ਲੁਕ ਗਿਆ, ਲੰਮਾ ਹੀ ਪੈ ਗਿਆ ਇਹ ਕੰਧ ਦੇ ਨਾਲ। ਜਫਰਨਾਮੇ 'ਚ ਮਹਾਰਾਜ ਨੇ ਲਿਖਿਆ ਔਰੰਗਜ਼ੇਬ ਨੂੰ ਵੀ ਜਿਹਨੂੰ ਤੂੰ 10 ਲੱਖ ਦਾ ਜਰਨੈਲ ਥਾਪ ਕੇ ਭੇਜਿਆ ਨਾ, ਤੇ ਉਹ ਖਵਾਜਾ ਮਰਦੂਦ ਮਹਾਰਾਜ ਕਹਿੰਦੇ ਕੰਧ ਦੇ ਓਲੇ ਹੋ ਕੇ ਬਚਿਆ, ਜੇ ਸਾਹਮਣੇ ਆ ਜਾਂਦਾ ਤੇ ਇੱਕ ਤੀਰ ਬਖਸ਼ ਦੇਣਾ ਸੀ ਉਹਨੂੰ। ਤਾਂ ਜਿਸ ਵੇਲੇ ਮਹਾਰਾਜ ਉੱਥੋਂ ਤੀਰ ਚਲਾਉਂਦੇ ਸੀ ਉਦੋਂ ਤੇ ਓਲੇ ਹੋ ਕੇ ਬਚਿਆ। ਹੁਣ ਜਦੋਂ ਉਹ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਮਾਰ ਲਿਆ, ਖਤਮ ਕਰ ਲਿਆ, ਫਿਰ ਇਹਦੇ ਚਿੱਤ 'ਚ ਚਾਅ ਚੜਿਆ ਤੇ ਫਿਰ ਇਹ ਵੀ ਗਿਆ ਗੜੀ ਦੇ ਅੰਦਰ। ਮਰਾਵ ਹਤਿਓ ਗੁਰ ਜਾਨ ਜਾਨ ਹੋਰ ਵੀ ਉਮਰਾਵ ਗਏ, ਉਹਨਾਂ ਨੇ ਵੀ ਜਾਣਿਆ ਵੀ ਅੰਦਰ ਗੁਰੂ ਗੋਬਿੰਦ ਸਿੰਘ ਜੀ ਮਾਰ ਲਏ ਸਿਪਾਹੀਆਂ ਨੇ। ਮੁਝੇ ਸਮੀਪ ਮੁੱਢ ਠਾਨ ਠਾਨ ਬਹੁਤੇ ਅਹੁਦੇਦਾਰ ਭੀਮ ਚੰਦ ਹੋਣੀ, ਆ ਵਜ਼ੀਰ ਖਾਂ ਹੋਣੀ, ਜੇਰ ਦਸਤ, ਬਾਕੀ ਜਿੰਨੇ ਰਾਜੇ ਸੀ ਤੇ ਇਹ ਇਸੇ ਤਰ੍ਹਾਂ ਖਵਾਜਾ ਮਰਦੂਦ, ਇਹ ਸਾਰੇ ਅੰਦਰ ਪਹੁੰਚੇ। ਚਿੱਤ ਵਿੱਚ ਇਹਨਾਂ ਦੇ ਬੜੀ ਖੁਸ਼ੀ ਬਣੀ ਹੋਈ ਹੈ। ਤੇ ਜਦੋਂ ਜਾ ਕੇ ਵੇਖਿਆ ਵੀ ਸੋਹਣਾ ਸਰੂਪ ਕਲਗੀ ਲੱਗੀ ਹੋਈ ਹੈ, ਤੇ ਇਹਨਾਂ ਸਾਰਿਆਂ ਨੇ ਇਹੀ ਜਾਣਿਆ ਵੀ ਇਹ ਗੁਰੂ ਗੋਬਿੰਦ ਸਿੰਘ, ਕਿਉਂਕਿ ਇੱਕੋ ਜਿਹਾ ਚਿਹਰਾ ਸੀ ਮੁਹਾਂਦਰਾ ਦੋਵਾਂ ਸਿੰਘਾਂ ਦਾ ਹੀ ਪਿੱਛੇ ਆ ਗਿਆ ਵੀ ਭਾਈ ਸੰਤ ਸਿੰਘ ਜੀ ਦਾ ਵੀ ਤੇ ਭਾਈ ਸੰਗਤ ਸਿੰਘ ਜੀ ਦਾ ਵੀ ਉਮਰ ਵੀ ਓਨੀ ਸੀ ਕਲਗੀਧਰ ਪਾਤਸ਼ਾਹ ਜਿੰਨੀ, ਤੇ ਦਾੜਾ ਵੀ ਓਨਾ ਹੀ ਸੀ। ਤੇ ਕੁਝ ਦੂਰੀ ਤੇ ਖਲੋਤਿਆਂ ਹੋਏ ਆ, ਭੁਲੇਖਾ ਪੈਂਦਾ ਸੀ ਵੇਖਣ ਵਾਲੇ ਨੂੰ ਵੀ ਇਹ ਗੁਰੂ ਗੋਬਿੰਦ ਸਿੰਘ ਹੀ ਖਲੋਤੇ ਹੋਏ ਆ, ਇੱਕੋ ਜਿਹਾ ਹੀ ਰੂਪ ਸਰੂਪ ਸਾਰਾ। ਤਾਂ ਇਸ ਕਰਕੇ ਇਹਨਾਂ ਨੇ ਜਦੋਂ ਸੋਹਣਾ ਸਰੂਪ ਜਾ ਕੇ ਵੇਖਿਆ, ਇਹੀ ਖਿਆਲ ਕੀਤਾ ਵੀ ਇਹ ਗੁਰੂ ਗੋਬਿੰਦ ਸਿੰਘ ਹੀ ਹਨ। ਤਾਂ ਉਸ ਵੇਲੇ ਹਜ਼ਾਰਾਂ ਹੀ ਇਕੱਠੇ ਹੋ ਗਏ, ਘੇਰਾ ਹੀ ਘੱਤ ਲਿਆ ਗੜੀ ਵਿੱਚ। ਖਵਾਜਾ ਮਰਦੂਦ ਉਹਨੇ ਕਹਿੰਦੇ ਗੁੱਸਾ ਧਾਰਨ ਕੀਤਾ ਹੈ। ਸਭ ਸੋ ਪੁਕਾਰ ਕਹਿ ਬਾਰ ਬਾਰ ਤੇ ਸਾਰਿਆਂ ਨੂੰ ਉੱਚੀ ਪੁਕਾਰ ਕੇ ਵਾਰ-ਵਾਰ ਇਹ ਗੱਲ ਕਹਿੰਦਾ ਖਵਾਜਾ ਮਰਦੂਦ, ਕਹਿੰਦਾ ਇਹਨਾਂ ਦੋਵਾਂ ਦੇ ਸਿਰ ਵੱਢ ਲਓ, ਧੜ ਨਾਲੋਂ ਵੱਖਰੇ ਕਰ ਲਓ, ਇਹਨਾਂ ਦੇ ਸਿਰ ਕੱਟ ਲੈਣਾ ਕਰੋ ਤਲਵਾਰ ਦੇ ਵਾਰ ਕਰਕੇ, ਤੇ ਧੜ ਇੱਥੇ ਪੈ ਰਹਿਣ ਦਿਓ, ਕਿਉਂਕਿ ਧੜਾਂ ਨੂੰ ਪੰਛੀ ਖਾ ਲੈਣ ਵੰਡ ਵੰਡ ਕੇ। ਤੇ ਜਿਹੜੇ ਛੇਤੀ ਜਾਣ ਵਾਲੇ ਆ ਨਾ ਸਵਾਰ, ਉਹਨਾਂ ਨੂੰ ਬੋਲ ਕੇ ਕਹਿੰਦਾ ਵੀ ਇਹ ਦੋਵੇਂ ਸਿਰ ਉਹਨਾਂ ਨੂੰ ਦੇ ਦਿਓ, ਉਹ ਲੈ ਕੇ ਜਾਣ ਔਰੰਗਜ਼ੇਬ ਦੇ ਪਾਸ।
ਦਿਨ ਰਾਤ ਚਲੈ ਮਨ ਤੇਲ ਤੇਲ ਮਗ ਟੋਲ ਟੋਲ, ਰਸਤੇ ਨੂੰ ਟੋਲ ਟੋਲ ਕੇ ਵੇਖ ਕੇ ਦਿਨੇ ਰਾਤ ਤੁਰੇ ਜਾਣ ਤੇ ਉੱਥੇ ਪਹੁੰਚ ਜਾਣ। ਜਿਵ ਚਾਹੇ ਪਹੁੰਚੈ ਧਾਈ ਧਾਈ ਦੌੜ ਦੌੜ ਕੇ ਔਰੰਗਜ਼ੇਬ ਬਾਦਸ਼ਾਹ ਦੇ ਕੋਲੇ ਇਹ ਸਿਰ ਪਹੁੰਚਾਇਆ ਜਾਵੇ। ਰਾਹੇ ਸੀਸ ਬਲ ਗਾਈ ਗਾਈ ਤਾਂ ਉਸ ਵੇਲੇ ਕਹਿੰਦੇ ਵੀ ਸਾਰਾ ਬਲ ਜਿਹੜਾ ਉਹ ਦੱਸਿਆ ਜਾਵੇ ਤੇ ਇਹ ਸੀਸ ਵਿਖਾਇਆ ਜਾਵੇ ਬਾਦਸ਼ਾਹ ਨੂੰ ਜਾ ਕੇ। ਰਾਜ ਗੁਰੂ ਰਨ ਘੇਰ ਘੇਰ ਤੇ ਨਾਲੇ ਇਹ ਦੱਸਿਆ ਜਾਵੇ ਬਾਦਸ਼ਾਹ ਨੂੰ ਵੀ ਅਸੀਂ ਘੇਰ ਘੇਰ ਕੇ ਗੁਰੂ ਗੋਬਿੰਦ ਸਿੰਘ ਨੂੰ ਤੇ ਜੰਗ ਦੇ ਮੈਦਾਨ ਵਿੱਚ ਖਤਮ ਕਰ ਦਿੱਤਾ, ਉਹਦਾ ਸਿਰ ਲਿਆਂਦਾ ਤੁਹਾਡੇ ਕੋਲੇ। ਅਸੀਂ ਘੇਰ ਕੇ ਗੁਰੂ ਗੋਬਿੰਦ ਸਿੰਘ ਨੂੰ ਮਾਰ ਦਿੱਤਾ ਜੰਗ ਦੇ ਵਿੱਚ। ਹਾਂਜੀ, ਹਰਸ ਭਗਤ ਸੋ ਲਾਖੋ ਗੇਰ ਗੇਰ ਤਾਂ ਜਿਸ ਗੁਰੂ ਗੋਬਿੰਦ ਸਿੰਘ ਨੇ ਲੜ ਕੇ ਸਾਡੇ ਲੱਖਾਂ ਸੂਰਮੇ ਮਾਰ ਦਿੱਤੇ, ਆਖਰ ਅਸੀਂ ਵੀ ਉਸ ਗੁਰੂ ਗੋਬਿੰਦ ਸਿੰਘ ਨੂੰ ਮਾਰ ਹੀ ਦਿੱਤਾ ਜੰਗ ਦੇ ਵਿੱਚ। ਕੀਨ ਕੀਨ ਕਰ ਵਾਰ ਵਾਰ ਤਾਂ ਇਸ ਕਰਕੇ ਅਸੀਂ ਤਲਵਾਰਾਂ ਦਾ ਵਾਰ, ਫਿਰ ਕਹਿੰਦੇ ਗਈ ਦੀਨ ਕੀਨ ਤਲਵਾਰ ਵਾਰ, ਵੀ ਜਿਹੜੇ ਗੀਦੀ ਸੀ ਨਾ, ਕਾਇਰ ਸੀ, ਵੀ ਸਾਹਮਣੇ ਤੇ ਆ ਨਹੀਂ ਸਕੇ, ਸਿੰਘਾਂ ਦਾ ਵੀ ਮੁਕਾਬਲਾ ਨਹੀਂ ਕਰ ਸਕੇ ਸਾਹਮਣੇ, ਇੱਕ ਇੱਕ ਸਿੰਘ ਲੱਖਾਂ ਨਾਲ ਲੜ ਗਿਆ। ਹੁਣ ਜਦੋਂ ਸ਼ਹੀਦ ਹੋਏ ਪਏ ਨਾ ਭਾਈ ਸੰਤ ਸਿੰਘ ਤੇ ਸੰਗਤ ਸਿੰਘ, ਤੇ ਉਦੋਂ ਗੀਦੀਆਂ ਨੇ, ਕਾਇਰਾਂ ਨੇ, ਡਰਪੋਕਾਂ ਨੇ ਫਿਰ ਤਲਵਾਰਾਂ ਦੇ ਵਾਰ ਕੀਤੇ ਦੋਹਾਂ ਸਿੰਘਾਂ ਦੇ ਉੱਤੇ। ਫਿਰ ਲਈ ਬਾਤ ਧਰ ਡਰ ਡਰ ਤੇ ਫਿਰ ਧੜਾ ਨਾਲੋਂ ਸਿਰ ਦੋਹਾਂ ਸਿੰਘਾਂ ਦੇ ਵੱਖਰੇ ਕਰ ਲਏ ਤਲਵਾਰਾਂ ਦਾ ਵਾਰ ਕਰਕੇ, ਭਾਈ ਸੰਤ ਸਿੰਘ ਜੀ ਦਾ ਵੀ ਤੇ ਭਾਈ ਸੰਗਤ ਸਿੰਘ ਜੀ ਦਾ ਸੀਸ ਵੀ। ਤੇ ਸ਼ਤਰ ਸੌਰ ਹਕਾਰ ਕਾਰ ਤਾਂ ਉਸ ਵੇਲੇ ਜਿਹੜੇ ਹਲਕਾਰੇ ਸੀ ਨਾ, ਜਿਹੜੇ ਔਰੰਗਜ਼ੇਬ ਦੀ ਖਬਰ ਇੱਥੇ ਦਿੰਦੇ ਸੀ ਫੌਜ ਨੂੰ, ਫੌਜ ਦੀ ਉੱਥੇ ਦਿੰਦੇ ਸੀ ਜਾ ਕੇ, ਛੇਤੀ ਜਾਣ ਵਾਲੇ, ਉਹਨਾਂ ਨੂੰ ਬੁਲਾਇਆ ਹੈ। ਸੀਤ ਬਿਲਾਂਗ ਵਿਸਾਰ ਸਾਰ ਤਾਂ ਉਸ ਵੇਲੇ ਕਹਿੰਦੇ ਵੀ ਦੇਰੀ ਭੁਲਾ ਕੇ ਤੇ ਬੜੀ ਛੇਤੀ ਕੀਤੀ, ਉਹਨਾਂ ਨੂੰ ਛੇਤੀ ਤੋਰਿਆ। ਚਲੇ ਜਾਓ ਨਿਤ ਦੌਰ ਦੌਰ ਆਖਿਆ ਵੀ ਨਿਤਾ ਪ੍ਰਤੀ ਦੱਖਣ ਵਿੱਚ ਜਾਣਾ, ਕਿਉਂਕਿ ਔਰੰਗਜ਼ੇਬ ਉਦੋਂ ਦੱਖਣ ਵਿੱਚ ਸੀ ਨਾ, ਇਸ ਕਰਕੇ ਦਿਨੇ ਰਾਤ ਦੌੜ ਦੌੜ ਕੇ ਬਾਦਸ਼ਾਹ ਔਰੰਗਜ਼ੇਬ ਕੋਲੇ ਸੀਸ ਲੈ ਕੇ ਜਾਓ ਦੋਨੋਂ, ਸਾਹੋ ਫਤਿਹ ਕੋ ਠੌਰ ਠੌਰ ਤੇ ਜਾ ਕੇ ਦੱਸ ਦਿਓ ਕਿ ਬਾਦਸ਼ਾਹ ਫਤਿਹ ਹੋ ਗਈ, ਸਾਡੀ ਜਿੱਤ ਹੋ ਗਈ ਹੈ। ਤੇ ਭੇਜ ਚਿਤ ਚਾਏ ਚਾਏ ਇਸ ਤਰ੍ਹਾਂ ਸਿਰ ਦੋਵੇਂ ਭੇਜ ਦਿੱਤੇ ਆ, ਤੇ ਇਹਨਾਂ ਸਾਰਿਆਂ ਦੇ ਚਿੱਤ ਵਿੱਚ ਚਾਅ ਚੜਿਆ ਹੋਇਆ ਬਹੁਤਾ। ਜਿਸਨ ਦੇਖ ਦੇਖ ਲਾਏ ਲਾਏ ਪਰ ਫਿਰ ਵੀ ਚਾਰ ਸਵੇਰੇ ਕਹਿੰਦੇ ਇਹਨਾਂ ਨੇ ਨਿਗਾਹ ਲਾਈ ਹੋਈ ਹੈ, ਲਾ ਲਾ ਕੇ ਵੇਖਦੇ ਆ। ਜਗਮਾਸ ਕਾਦ ਹੈ ਥਾਨ ਥਾਨ ਤੇ ਕੀ ਦਿਸਦਾ ਚਾਰ ਚਫੇਰੇ, ਵੀ ਜਿੱਥੇ ਕਿਤੇ ਲੋਥਾਂ ਤੇ ਲੋਥਾਂ ਚੜੀਆਂ ਪਈਆਂ, ਤੇ ਥਾਂ ਥਾਂ ਤੇ ਮਾਸਾਹਾਰੀ ਜਾਨਵਰ, ਮਾਸਾਹਾਰੀ ਪੰਛੀ ਉਹ ਮਾਸ ਖਾ ਰਹੇ ਹਨ। ਮਾਸ ਖਾਣ ਵਾਲੇ ਮਾਸ ਖਾ ਰਹੇ ਹਨ, ਸੂਰਮਿਆਂ ਦਾ, ਸਿਪਾਹੀਆਂ ਦਾ। ਰਣ ਹਿਰਨ ਰਣ ਗਲੀ ਦੇ ਕਾਕ ਮੁੱਢ ਮਾਨ ਮਾਨ ਬਹੁਤੀਆਂ ਇੱਲਾਂ, ਬਹੁਤੇ ਕਾਂ, ਖੁਸ਼ੀ ਮੰਨ ਮੰਨ ਕੇ ਰੰਗੀਨ ਪੂਮ ਕਲਾਲ ਲਾਲ ਉਹ ਮਾਸ ਖਾ ਰਹੇ ਆ। ਤੇ ਖੂਨ ਜਿੱਥੇ ਕਿਥੇ ਧਰਤੀ ਤੇ ਡੁੱਲਾ ਪਿਆ, ਤੇ ਧਰਤੀ ਰੰਗੀਨ ਹੋਈ ਪਈ ਆ, ਰੰਗ ਨਾਲ ਰੰਗੀ ਪਈ, ਲਾਲ ਲਾਲ ਧਰਤੀ ਹੋਈ ਪਈ, ਚਮਕੌਰ ਦਾ ਆਲਾ ਦੁਆਲਾ। ਪਰੇ ਘਾਤਨ ਝਾਰ ਝਾਰ ਉੱਥੇ ਬਹੁਤੇ ਕਹਿੰਦੇ ਕਿ ਮੌਤ ਦੇ ਘਾਟ ਉਤਰੇ ਪਏ ਆ, ਜਿਨ੍ਹਾਂ ਦੇ ਸਰੀਰਾਂ ਦੇ ਉੱਤੇ ਬੜੇ ਵਾਰ ਹੋਏ ਸੀ, ਵਾਰਾਂ ਨੂੰ ਝੱਲ ਝੱਲ ਕੇ। ਅਨਸ਼ੇਨ ਭਿੰਨ ਬਹੁ ਸੂਰ ਸੂਰ ਬਹੁਤੇ ਸੂਰਮਿਆਂ ਦੇ ਸਰੀਰ ਜਿਹੜੇ ਸੀ ਨਾ, ਉਹ ਛਿੰਨ ਭਿੰਨ ਹੋਏ ਪਏ, ਵੱਡੇ ਟੁੱਕੇ ਪਏ ਹਨ ਜੰਗ ਦੇ ਮੈਦਾਨ ਵਿੱਚ। ਨਾਮ ਧਰਮ ਕੋ ਪੂਰ ਪੂਰ ਪਰ ਆਪਣੇ ਸੁਆਮੀ ਦੇ ਜਿਹੜੇ ਸੇਵਾਦਾਰ ਹੋਣ ਦਾ ਜਿਹੜਾ ਧਰਮ ਸੀ ਨਾ, ਉਹ ਸੁਆਮੀ ਦੇ ਆਪਣੇ ਦੇ ਉਹ ਕਾਰਜ ਉਹਨਾਂ ਨੇ ਆਉਣਾ ਕੀਤਾ ਹੈ, ਉਹ ਸੁਆਮੀ ਧਰਮ ਨੂੰ ਉਹਨਾਂ ਨੇ ਪੂਰੇ ਨਿਭਾਇਆ ਹੈ। ਮਰਾਵਰ ਹੈ ਪਰ ਝੂਰ ਝੂਰ ਜਿੰਨੇ ਅਹੁਦੇਦਾਰ ਹਨ, ਉਮਰਾਵ, ਜਰਨੈਲ, ਉਹ ਸਾਰੇ ਹਿਰਦੇ ਵਿੱਚ ਝੂਰ ਝੂਰ ਰਹੇ ਹਨ, ਬਹੁਤਾ ਝੂਰ ਰਹੇ। ਦਿਨ ਦਇਓ ਕਰ ਝੂਰ ਝੂਰ ਕਿਉਂ ਝੂਰ ਰਹੇ ਆ? ਵੀ ਇਹ ਥੋੜੇ ਜਿਹੇ ਸਿੰਘਾਂ ਨੇ ਸਾਡਾ ਬਹੁਤਾ ਹੀ ਜਿਹੜਾ ਦਲ ਵਾ, ਬਹੁਤੀ ਫੌਜ ਚੂਰ ਚੂਰ ਕਰ ਦਿੱਤੀ। ਇਹ ਵਾਰ-ਵਾਰ ਜਿਹੜਾ ਇੱਕੋ ਅੱਖਰ ਆ ਰਿਹਾ ਨਾ, ਦੋ ਦੋ ਵਾਰ, ਇਹਦਾ ਅਰਥ ਗੁਰਮੁਖਾਂ ਨੇ ਕੀਤਾ ਵੀ ਬਹੁਤਾ ਬਹੁਤਾ। ਜਿਸ ਨੂੰ ਜ਼ਿਆਦੀ ਵਾਰੀ ਆਖਣਾ ਹੋਵੇ, ਉਹਨੂੰ ਦੋ ਵਾਰੀ ਕਹਿ ਦਿੱਤਾ ਜਾਵੇ ਤੇ ਉਹ ਬਹੁ ਵਚਨ ਬਣ ਜਾਂਦਾ। ਇਸ ਕਰਕੇ ਵੀ ਝੂਰ ਝੂਰ, ਵੀ ਬਹੁਤ ਜ਼ਿਆਦਾ ਝੂਰ ਰਹੇ ਹਨ। ਤਾਂ ਇਸ ਤਰ੍ਹਾਂ ਕਹਿੰਦੇ ਵੀ ਇਹਨਾਂ ਥੋੜੇ ਜਿਹੇ ਸਿੰਘਾਂ ਨੇ ਬਹੁਤਾ ਹੀ ਰਣ ਮੰਡ ਮੰਡ ਕੇ ਤੇ ਬਹੁਤੀਆਂ ਗੋਲੀਆਂ, ਬਹੁਤੇ ਤੀਰ ਛੱਡ ਛੱਡ ਕੇ ਇੱਕ ਇਹ ਚਾਲ ਵੀ ਹੈ ਛੰਦ ਦੀ, ਕਵੀ ਜੀ ਨੇ ਕਵਿਤਾ ਦੀ ਛੰਦ ਦੀ ਚਾਲ ਇਸ ਤਰੀਕੇ ਨਾਲ ਬਣਾਈ ਹੈ। ਵਾਰ ਵਾਰ ਉਹ ਦੋ ਅੱਖਰ ਬੋਲੇ ਆ,
ਤੇ ਬਹੁਵਚਨ ਵੀ ਬਣ ਜਾਂਦਾ ਇਹਦੇ ਨਾਲ। ਲਸ਼ਕਰ ਮਹਾਨ ਕੋ ਹਾਨ ਹਾਨ, ਕਹਿੰਦੇ ਵੀ ਸਾਡੇ ਬਹੁਤੀ ਫੌਜ ਨੂੰ, ਬਹੁਤੇ ਲਸ਼ਕਰ ਨੂੰ ਇਹਨਾਂ ਨੇ ਖਤਮ ਹੀ ਕਰ ਦਿੱਤਾ, ਹਾਨੀ ਕਰ ਦਿੱਤੀ। ਮ੍ਰਿਤਕ ਕਉ ਸੋ ਕਿਰਪਾਨ ਪਾਨਾ, ਵੀ ਇਹ ਸਿੰਘ ਇੱਥੇ ਜੰਗ ਦੇ ਮੈਦਾਨ ਵਿੱਚ ਮਰੇ ਪਏ ਆ। ਉਹ ਅੱਖਰ ਤੇ ਇਹੀ ਵਰਤਦੇ ਆ ਨਾ, ਆਪਾਂ ਸ਼ਹੀਦ ਕਹਿਣਾ, ਕਹਿੰਦੇ ਉਹ ਮਰੇ ਕਹਿੰਦੇ ਆ। ਕਹਿੰਦੇ ਵੀ ਇਹ ਸਿੰਘ ਜਿਹੜੇ ਆ ਇਹ ਜੰਗ ਦੇ ਮੈਦਾਨ ਵਿੱਚ ਮਰੇ ਪਏ ਆ, ਪਰ ਫਿਰ ਵੀ ਹੱਥਾਂ ਵਿੱਚ ਕਿਰਪਾਨਾਂ ਉਂਝੀ ਪਈਆਂ। ਮਰਿਆਂ ਦੇ ਵੀ ਹੱਥਾਂ ਵਿੱਚੋਂ ਕਿਰਪਾਨਾਂ ਨਹੀਂ ਛੁੱਟੀਆਂ। ਵੇਖ ਕੇ ਹੈਰਾਨ ਹੋ ਰਹੇ ਆ ਤੁਰਕ। ਹਾਂਜੀ, ਆਚਰਜ ਮਹਿ ਕੋ ਘਰ ਘਰ, ਕਹਿੰਦੇ ਵੀ ਇਹ ਬਹੁਤ ਹੀ ਅਚਰਜ ਹੈ, ਕਿੱਡਾ ਵੱਡਾ ਇਹਨਾਂ ਨੇ ਹੱਲਾ ਕੀਤਾ ਹੈ, ਕਿੱਡਾ ਵੱਡਾ ਜੰਗ ਕੀਤਾ ਹੈ। ਮੈਂ ਫੇਰੇ ਪਾਚ ਪਗ ਹਾਲ ਹਾਲ, ਇਹ ਹਾਰ ਕੇ ਇਹ ਹੱਲੇ ਤੋਂ ਹੱਲਾ ਇਹਨਾਂ ਨੇ ਕੀਤਾ, ਪਰ ਇਹ ਪਛਾਣ ਹੀ ਮੁੜੇ, ਪਛਾਣ ਹੀ ਗਏ। ਕਿਮ ਤੁਰਕ ਹਰਾਨੋ ਹੋਏ ਹੋਏ, ਇਸ ਤਰ੍ਹਾਂ ਕਹਿੰਦੇ ਵੀ ਜਿੰਨੇ ਤੁਰਕ ਵਾ ਉਹ ਫਿਰ ਅੱਜ ਜਦੋਂ ਭਾਈ ਸੰਤ ਸਿੰਘ ਤੇ ਸੰਗਤ ਸਿੰਘ ਨੂੰ ਅੱਜ 9 ਪੋਹ ਨੂੰ ਉਹਨਾਂ ਨੇ ਸ਼ਹੀਦ ਕਰ ਲਿਆ ਨਾ, ਉਸ ਤੋਂ ਬਾਅਦ ਆਪਣਾ ਤੁਰਕਾਨਾ ਚਾਰ ਚਫੇਰੇ ਮਰਿਆ। ਜਦੋਂ ਦਿਨੇ ਵੇਖਿਆ ਜਿੱਥੋਂ ਤੀਕ ਵੇਂਦੇ ਢੇਰ ਹੀ ਲੱਗੇ ਪਏ ਆ, ਲਾਸ਼ ਤੇ ਲਾਸ਼ ਚੜੀ ਪਈ ਆ, ਤੇ ਵੇਖ ਵੇਖ ਕੇ ਹੈਰਾਨ ਹੋ ਰਹੇ ਵੀ ਇੰਨੀ ਜ਼ਿਆਦੀ ਸਾਡੀ ਫੌਜ ਮਾਰੀ ਗਈ। ਖੇਤ ਵਿਚਰ ਘਟ ਜਾਏ ਹੋਏ, ਫਿਰ ਜੰਗ ਦੇ ਮੈਦਾਨ ਵਿੱਚ ਵੀ ਉਹ ਤੁਰੇ ਫਿਰੇ ਆ, ਜਿੰਨੇ ਬਚੇ ਸੀ ਨਾ ਬਾਕੀ, ਉਹ ਸਾਰੇ ਜੰਗ ਦੇ ਜਿੱਥੋਂ ਤੀਕ ਉਹਨਾਂ ਦੇ ਸਿਪਾਹੀ ਮਰੇ ਆ, ਉਹਨਾਂ ਸਾਰਿਆਂ ਨੂੰ ਵੇਖਦੇ ਫਿਰਦੇ ਹਨ ਵਿਚਰ ਕੇ। ਢੇਰਨ ਮਹਿ ਤਬ ਆਏ ਆਏ, ਫਿਰ ਜਿੱਥੇ ਉਹਨਾਂ ਦੇ ਡੇਰੇ ਸੀ, ਪੜਾਅ ਸੀ, ਉੱਥੇ ਆ ਗਏ। ਕਰ ਹੈ ਬਾਤ ਹਿਤ ਪਾਏ ਪਾਏ, ਫਿਰ ਕਹਿੰਦੇ ਵੀ ਬੜੇ ਹਿੱਤ ਨਾਲ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਆ। ਖੰਡ ਗੁਰੂ ਵਿੱਚ ਕੋਈ ਕੋਈ, ਪਰ ਜਿਹੜੇ ਕੋਈ ਕੋਈ ਜਾਣਦੇ ਸੀ ਨਾ, ਜਿਨ੍ਹਾਂ ਨੇ ਮਹਾਰਾਜ ਦਾ ਦੀਦਾਰ ਕੀਤਾ ਸੀ, ਉਹਨਾਂ ਨੇ ਇਹ ਗੱਲ ਨੂੰ ਪਰਖਿਆ ਹੈ। ਤੇ ਕਹਿਤ ਸਭਨ ਫਿਰ ਹੋਏ ਹੋਏ, ਉਹ ਬਾਕੀਆਂ ਦੇ ਵੀ ਨੇੜੇ ਹੋ ਕੇ ਇਹ ਗੱਲ ਕਹਿੰਦੇ ਆ। ਇਹ ਸੀਸ ਗੁਰਨ ਕੋ ਨਾਹੀ ਨਾਹੀ, ਉਹ ਕਹਿੰਦੇ ਜਿਹੜਾ ਸਿਰ ਤੁਸੀਂ ਔਰੰਗਜ਼ੇਬ ਬਾਦਸ਼ਾਹ ਵੱਲੇ ਭੇਜ ਦਿੱਤਾ ਨਾ, ਇਹ ਸੀਸ ਗੁਰੂ ਗੋਬਿੰਦ ਸਿੰਘ ਦਾ ਨਹੀਂ। ਇਹ ਦੋਵਾਂ ਸਿਰਾਂ ਦੇ ਵਿੱਚੋਂ, ਦੋਵਾਂ ਸੀਸਾਂ ਦੇ ਵਿੱਚੋਂ ਕੋਈ ਵੀ ਸੀਸ ਗੁਰੂ ਗੋਬਿੰਦ ਸਿੰਘ ਦਾ ਨਹੀਂ ਹੈ। ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਸੀ, ਇਹ ਭੇਜ ਹਰ ਪੁਰ ਕਾਹੀ ਕਾਹੀ, ਕਹਿੰਦੇ ਹੋ ਤੁਸੀਂ ਕਾਹਦੇ ਵਾਸਤੇ ਖੁਸ਼ੀ ਮਨਾਈ ਜਾਂਦੇ ਜੇ, ਗੁਰੂ ਗੋਬਿੰਦ ਸਿੰਘ ਨੂੰ ਨਹੀਂ ਜੇ ਤੁਸੀਂ ਫੜ ਸਕੇ। ਕਿ ਛਟਾ ਲਈ ਉਪਾਏ ਪਾਏ, ਉਹ ਜਿਹੜੇ ਕੁਝ ਜਾਣਦੇ ਸੀ, ਉਹ ਕਹਿੰਦੇ ਕਾਹਦੀ ਤੁਸੀਂ ਖੁਸ਼ੀ ਮਨਾ ਰਹੇ ਜੀ, ਹਿਰਦੇ 'ਚ ਕਿਉਂ ਖੁਸ਼ੀ ਧਾਰਨ ਕੀਤੀ ਆ? ਕਹਿੰਦੇ ਜਿੰਨੇ ਮਰਜ਼ੀ ਯਤਨ ਕਰ ਲਈਏ, ਕਦੀ ਬਿਜਲੀ ਵੀ ਫੜੀ ਜਾਂਦੀ ਆ। ਕਹਿੰਦੇ ਗੁਰੂ ਗੋਬਿੰਦ ਸਿੰਘ ਬਿਜਲੀ ਵਰਗਾ, ਉਹਨੂੰ ਫੜ ਸਕਦਾ ਕੋਈ? ਜਿਹੜੀ ਬੱਦਲਾਂ 'ਚ ਚਮਕਾਰਾ ਮਾਰਦੀ ਆ, ਤੇ ਉਹ ਹੋ ਗਈ ਚਮਕਾਰਾ ਮਾਰ ਕੇ, ਬਿਜਲੀ ਨੂੰ ਕੌਣ ਫੜ ਲੂ? ਵੇਖੋ ਦੁਸ਼ਮਣ ਵੀ ਤਾਰੀਫਾਂ ਕਰਦਾ ਕਲਗੀ ਵਾਲੇ ਪਾਤਸ਼ਾਹ ਦੀਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ। ਛਟਾ ਨਾਮ ਬਿਜਲੀ ਦਾ, ਅਸਮਾਨੀ ਬਿਜਲੀ। ਆਹ ਤੇ ਉਦੋਂ ਹਲੇ ਪੈਦਾ ਹੀ ਨਹੀਂ ਹੋਈ, ਜਿਹੜੀ ਆ ਬਿਜਲੀ ਆ, ਲਾਈਟ, ਇਹ ਤਾਂ ਬਾਅਦ 'ਚ ਪੈਦਾ ਹੁੰਦੀ ਆ। ਉਹ ਆਕਾਸ਼ੀ ਬੱਦਲਾਂ 'ਚੋਂ ਜਿਹੜੀ ਬਿਜਲੀ ਲਿਸ਼ਕਦੀ, ਉਹਦੀ ਗੱਲ ਕਰਦੇ, ਜਿਹੜੀ ਇੱਕੇ ਦਮ ਲਿਸ਼ਕਦੀ ਆ ਤੇ ਦੂਰ ਚਲੇ ਜਾਂਦੀ। ਕਹਿੰਦੇ ਗੁਰੂ ਗੋਬਿੰਦ ਸਿੰਘ ਤੇ ਬਿਜਲੀ ਵਰਗਾ, ਉਹਨੂੰ ਕਿੱਥੋਂ ਫੜ ਲਓਗੇ? ਬਾਤ ਦਬੈ ਨਾ ਢਾਏ ਢਾਏ, ਕਹਿੰਦੇ ਜਿਵੇਂ ਪਾਰਾ ਨਹੀਂ ਫੜਿਆ ਜਾਂਦਾ, ਪਾਰਾ ਵੀ ਕਹਿੰਦੇ ਥੱਲਿਓ ਨਿਕਲ ਜਾਂਦਾ ਦੌੜ ਦੌੜ ਕੇ। ਗੁਰ ਸਰੂਪ ਉਹਦੀ ਹੋ ਜਾਣ ਜਾਣ, ਇਸ ਕਰਕੇ ਇਸੇ ਤਰ੍ਹਾਂ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਸਰੂਪ ਜਾਣ ਲਓ ਵੀ ਬਿਜਲੀ ਵਰਗਾ ਹੈ। ਪਰਮ ਦਿਓ ਗਾਨ ਹਾਨ, ਐਵੇਂ ਭਰਮਣਾ ਚੁੱਕੀ ਫਿਰੋ ਵੀ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ, ਜੰਗ ਜਿੱਤ ਲਈ। ਉਹ ਨਹੀਂ ਜੇ ਮਰਿਆ ਤੁਹਾਡੇ ਤੋਂ, ਨਾ ਉਹਨੂੰ ਤੁਸੀਂ ਮਾਰ ਸਕੇ, ਨਾ ਉਹਨੂੰ ਤੁਸੀਂ ਫੜ ਸਕੇ ਜੇ। ਜਬ ਨਿਕਸਰੋਰ ਕਰ ਠੌਰ ਠੌਰ, ਕਹਿੰਦੇ ਰਾਤ ਜਦੋਂ ਰੌਲਾ ਪਿਆ ਸੀ, ਉਦੋਂ ਨਹੀਂ ਤੁਹਾਨੂੰ ਪਤਾ ਲੱਗਾ? ਰਾਤੀ 3 ਵਾਰੀ ਧਾੜੀ ਮਾਰੀ ਗੁਰੂ ਗੋਬਿੰਦ ਸਿੰਘ ਨੇ। ਫਿਰ ਉਹਨਾਂ 3 ਵਾਰੀ ਆਖਿਆ ਵੀ ਹਿੰਦ ਦਾ ਪੀਰ ਜਾ ਰਿਹਾ ਜੇ, ਜਿੰਨੇ ਫੜਨਾ ਫੜ ਲਓ। ਹਾਲੇ ਤੁਸੀਂ ਫੇਰ ਭਰਮ 'ਚ ਤੁਰੇ ਫਿਰਦੇ ਜੇ ਵੀ ਆ ਕਲਗੀ ਵਾਲਾ ਇਹ ਗੁਰੂ ਗੋਬਿੰਦ ਸਿੰਘ ਹੀ ਆ। ਇਹ ਗੁਰੂ ਗੋਬਿੰਦ ਸਿੰਘ ਦਾ ਸਿੰਘ ਵਾ, ਇਹ ਗੁਰੂ ਗੋਬਿੰਦ ਸਿੰਘ ਆਪ ਨਹੀਂ। ਉਹਨਾਂ ਤੇ ਰਾਤੀ 3 ਵਾਰੀ ਤਾੜੀ ਮਾਰੀ, ਤੇ ਰਾਤ ਉਹਨਾਂ ਜਕਾਰੇ ਬੁਲਾ ਕੇ ਆਪਣੇ ਵਿੱਚੋਂ ਨਿਕਲ ਗਏ। ਰਾਤ ਜਦੋਂ ਆਪਾਂ ਆਪਸ ਵਿੱਚ ਹੀ ਲੜਦੇ ਰਹਿ ਗਏ, ਜਦੋਂ ਆਪਾਂ ਕਹਿੰਦੇ ਵੀ ਭੱਜ ਭੱਜ ਕੇ ਘੇਰਨ ਲੱਗੇ ਸਾਂ ਰਾਤ, ਕਹਿੰਦੇ ਉਦੋਂ ਹੀ ਉਹ ਆਪਾਂ ਆਪਸ ਵਿੱਚ ਹੀ ਫਸ ਗਏ, ਲੜ ਗਏ, ਤੇ ਉਹ ਸਾਨੂੰ ਵੇਖ ਕੇ ਗੁਰੂ ਗੋਬਿੰਦ ਸਿੰਘ ਉਦੋਂ ਵਿੱਚੋਂ ਨਿਕਲ ਗਏ। ਇਹ ਭੀੜ ਲਗਤ ਹੈ ਕੋਈ ਕੋਈ, ਪਰ ਇਸ ਗੱਲ ਦਾ ਕਿਸੇ ਕਿਸੇ ਨੂੰ ਪਤਾ ਵਾ। ਉਹ ਸਿਪਾਹੀ ਕਹਿੰਦੇ ਸਾਰਿਆਂ ਨੂੰ ਨਹੀਂ ਤੁਹਾਨੂੰ ਪਤਾ, ਕਿਸੇ ਕਿਸੇ ਨੂੰ ਪਤਾ। ਰਾਤ ਜਦੋਂ ਆਵਾਜ਼ ਦਿੱਤੀ ਸੀ, ਰਾਤ ਹੀ ਨਿਕਲ ਗਏ ਆਪਣੇ ਵਿੱਚੋਂ ਗੁਰੂ ਗੋਬਿੰਦ ਸਿੰਘ। ਸੁਣਿਓ ਸਭਨ ਬ੍ਰਾਹਮਣ ਠਾਨ ਠਾਨ, ਜਦੋਂ ਇਹ ਗੱਲ ਸੁਣੀ ਆ ਤੇ ਫਿਰ ਸਾਰਿਆਂ ਦੇ ਮਨ ਵਿੱਚ ਫਿਰ ਭਰਮ ਜਿਹਾ ਪੈ ਗਿਆ
ਵੀ ਆਪਾਂ ਤੇ ਖੁਸ਼ੀ ਮਨਾਉਣ ਡਏ ਹਾਂ ਜਿੱਤ ਦੀ, ਵੀ ਬਾਦਸ਼ਾਹ ਨੂੰ ਵੀ ਜਾ ਕੇ ਖਬਰਾਂ ਦੇ ਦਿਓ ਵੀ ਅਸੀਂ ਜੰਗ ਜਿੱਤ ਲਿਆ। ਤੇ ਫਿਰ ਉਹ ਖੁਸ਼ੀ ਵਿੱਚ ਹੀ ਰਹਿ ਗਈ ਉਹਨਾਂ ਦੀ। ਉਮਰਾ ਮਿਲੇ ਮਿਲੇ ਬਨ ਆਨ ਆਨ। ਫਿਰ ਜਿੰਨੇ ਅਹੁਦੇਦਾਰ ਉਮਰਾਵ ਵਾ ਉਹ ਸਾਰੇ ਆ ਕਰਕੇ ਇਕੱਠੇ ਹੋਏ ਮਿਲੇ। ਕਰਤੇ ਸਲਾਹ ਮਤ ਬੋਲ ਬੋਲ। ਆਪੋ ਆਪਣੀ ਮਤ ਮੁਤਾਬਕ, ਆਪੋ ਆਪਣੀ ਬੁੱਧੀ ਮੁਤਾਬਕ ਬੋਲ ਬੋਲ ਕੇ ਫਿਰ ਸਲਾਹਾਂ ਕਰਨ ਲੱਗੇ ਵੀ ਹੁਣ ਕੀ ਕੀਤਾ ਜਾਵੇ। ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਫਿਰ ਇੱਥੋਂ ਵੀ ਨਿਕਲ ਗਿਆ, ਹੁਣ ਕੀ ਕੀਤਾ ਜਾਵੇ, ਕੀ ਯਤਨ ਕੀਤਾ ਜਾਵੇ। ਗੁਰਗਿਆਨ ਉੱਚ ਚੱਲਿਓ ਟੋਲ ਟੋਲ। ਕਹਿੰਦੇ ਵੀ ਹੁਣ ਆਪਾਂ ਨੂੰ ਇਹੀ ਯੋਗ ਆ ਵੀ ਆਪਾਂ ਲੱਭੀਏ ਗੁਰੂ ਗੋਬਿੰਦ ਸਿੰਘ ਨੂੰ, ਉਹਨਾਂ ਨੂੰ ਗ੍ਰਿਫਤਾਰ ਕਰੀਏ, ਲੱਭੀਏ ਜਿੱਥੋਂ ਵੀ ਲੱਭ ਜਾਣ। ਅਸਰ ਜਾਈ ਸਭ ਥਾਨ ਥਾਨ। ਜਿੰਨਾ ਇਹ ਇਲਾਕਾ ਚਾਰ ਚਫੇਰੇ ਆਪਣੀ ਫੌਜ ਨੂੰ ਨਾ ਭੇਜ ਦਓ, ਸਾਰੇ ਪਾਸੇ ਆਪਣਾ ਦਲ ਜਿਹੜਾ ਥਾਵਾਂ ਥਾਵਾਂ ਤੇ ਫੈਲ ਜਾਵੇ। ਪੀਰ ਫਕੀਰਨ ਜਾਨ ਜਾਨ। ਜਿੰਨੇ ਲਾਗੇ ਬੰਨੇ ਕੋਈ ਪੀਰ ਫਕੀਰ ਵਾ ਉਹਨਾਂ ਦੀ ਵੀ ਤਲਾਸ਼ੀ ਲਈ ਜਾਵੇ ਸਾਰੀ। ਪ੍ਰੋਗਰਾਮ ਜਹਾਂ ਕੈ ਕੀਨ ਕੀਨ। ਜਿੰਨੇ ਪਿੰਡ ਤੇ ਸ਼ਹਿਰ ਵਾ ਲਾਗੇ ਲਾਗੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਵੇਖਿਆ ਜਾਵੇ। ਬਿੰਦ ਬਟੋਰੋ ਬੀਨ ਬੀਨ। ਤੇ ਇਸ ਕਰਕੇ ਚੁਣ ਚੁਣ ਕੇ ਸਮੂਹ ਜਿੰਨੇ ਵੀ ਆਦਮੀ ਹਨ ਉਹਨਾਂ ਨੂੰ ਭੇਜਿਆ ਜਾਵੇ ਇਕੱਠੇ ਕਰਕੇ, ਤੇ ਉਹ ਸਾਰੇ ਪਾਸੇ ਵੇਖਣ। ਸੈਨਾ ਬੈਨ ਸੈਨਾ ਬੇਸ ਕੋ ਧਾਰ ਧਾਰ। ਕਹਿੰਦੇ ਵੀ ਕੋਈ ਹੋਰ ਬੇਸ ਧਾਰ ਕੇ ਨਾ ਨਿਕਲ ਜਾਣ ਕਿਤੇ। ਹੁਣ ਇਹਨਾਂ ਦੀ ਇਹ ਵੀ ਭਾਵਨਾ ਪੂਰੀ ਕਰ ਦੇਣੀ ਮਹਾਰਾਜ। ਕਹਿੰਦੇ ਵੀ ਕੋਈ ਹੋਰ ਲਿਬਾਸ ਧਾਰ ਕੇ ਹੀ ਨਾ ਨਿਕਲ ਜਾਣ ਵਿੱਚੋਂ ਕਿਤੇ, ਇਸ ਕਰਕੇ ਚੰਗੀ ਤਰ੍ਹਾਂ ਤਲਾਸ਼ੀ ਲਈ ਜਾਵੇ। ਹੁਣ ਇਹਨਾਂ ਆਖਿਆ ਨਾ ਵੀ ਹੋਰ ਨਾ ਕੋਈ ਭੇਸ ਧਾਰ ਕੇ ਨਿਕਲ ਜਾਣ, ਤੇ ਮਹਾਰਾਜ ਫਿਰ ਹੋਰ ਭੇਸ ਧਾਰ ਕੇ ਹੀ ਨਿਕਲਣਗੇ। ਤੋ ਇਸ ਕਰਕੇ ਕਹਿੰਦੇ ਵੀ ਕੋਈ ਹੋਰ ਭੇਸ ਧਾਰਨ ਕਰਕੇ ਇਹਨਾਂ ਵਿੱਚੋਂ ਨਿਕਲ ਜਾਵੇ, ਇਸ ਕਰ ਚੰਗੀ ਤਰ੍ਹਾਂ ਵੇਖਿਆ ਜਾਵੇ। ਉਪਰਾਨ ਲਖ ਸਾਰ ਸਾਰ। ਕਹਿੰਦੇ ਵੀ ਚੰਗੀ ਤਰ੍ਹਾਂ ਸਾਰ ਲਈ ਜਾਵੇ। ਕੋਈ ਓਪਰਾ ਆਦਮੀ ਜਿਹੜਾ ਵੀ ਦਿਸਦਾ ਹੈ ਨਾ ਉਹਨੂੰ ਚੰਗੀ ਤਰ੍ਹਾਂ ਸਾਰ ਉਹਦੀ ਲਈ ਜਾਵੇ। ਜਾਮਨੀ ਸੋ ਦੇਵ ਸ਼ੋਰ ਸ਼ੋਰ। ਜਿਹਨੂੰ ਚੰਗੀ ਤਰ੍ਹਾਂ ਜਾਣਦੇ ਨਹੀਂ ਉਹ ਨਹੀਂ ਪਰਖ, ਕਹਿੰਦੇ ਵੀ ਦੂਸਰੇ ਤੋਂ ਜਾਮਣੀ ਲੈ ਕੇ ਫਿਰ ਛੱਡਿਆ ਜਾਵੇ। ਪ੍ਰੋਗਰਾਮ ਭਲੇ ਇਮ ਟੋਰ ਟੋਰ। ਤੇ ਚੰਗੀ ਤਰ੍ਹਾਂ ਸਾਰੇ ਜਿੰਨੇ ਨਗਰ ਵਾ ਪੁਰ ਵਾ ਉਹਨਾਂ ਨੂੰ ਟੋਲਿਆ ਜਾਵੇ, ਉਹਨਾਂ ਨੂੰ ਵੇਖਿਆ ਜਾਵੇ। ਜਮਨ ਹੁਕਮ ਕੋ ਪਾਈ ਪਾਈ। ਕਹਿੰਦੇ ਵੀ ਇਹ ਹੁਕਮ ਦੀ ਛੇਤੀ ਤਮੀਲ ਕੀਤੀ ਜਾਵੇ, ਹੁਕਮ ਮੰਨਿਆ ਜਾਵੇ, ਇਹਦੇ ਚ ਬਿਲਮ ਨਾ ਲੱਗੇ, ਦੇਰੀ ਨਾ ਲੱਗੇ। ਫੈਲ ਪਰੇ ਅਬ ਧਾਈ ਧਾਈ। ਹੁਣ ਦੌੜ ਦੌੜ ਕੇ ਜਿਹੜੀ ਫੌਜ ਹੈ ਉਹ ਚਾਰ ਚਫੇਰੇ ਫੈਲ ਜਾਵੇ। ਹਸਤ ਪਕਾਏ ਅਰ ਢੇਰ ਢੇਰ। ਇਸ ਤਰ੍ਹਾਂ ਕਹਿੰਦੇ ਵੀ ਸਲਾਹ ਪਕਾਈ ਹੈ, ਆਪੋ ਆਪਣੇ ਡੇਰਿਆਂ ਤੇ ਗਏ, ਆਪੋ ਆਪਣੀ ਫੌਜ ਨੂੰ ਇਹਨਾਂ ਨੇ ਸਾਰੀ ਇਹ ਖਬਰ ਦਿੱਤੀ ਹੈ। ਸਮਾਏ ਰਹੇ ਸਮਾਏ ਰਹੇ ਰਣ ਹੀਰ ਹੀਰ। ਜਿੰਨਾ ਵੀ ਇਹ ਫੌਜ ਆ ਦਲ ਹੈ ਨਾ ਸਾਰੇ ਹੈਰਾਨ ਹੋ ਰਹੇ ਆ ਜੰਗ ਦੇ ਮੈਦਾਨ ਨੂੰ ਵੇਖ ਵੇਖ ਕੇ। ਗਨ ਲੋਥਨ ਕੋ ਅਨਮਾਨ ਮਾਨ। ਕਿਉਂਕਿ ਲੋਥਾਂ ਹੀ ਇੰਨੀਆਂ ਪਈਆਂ ਵਾ ਤੇ ਲੋਥਾਂ ਦਾ ਅਨੁਮਾਨ ਹੀ ਲਾ ਰਹੇ ਆ, ਗਿਣੀਆਂ ਤੇ ਜਾਂਦੀਆਂ ਹੀ ਨਹੀਂ, ਗਿਣਤੀ ਤੋਂ ਪਰੇ ਹੀ ਢੇਰ ਲੱਗੇ ਪਏ ਆ। ਇਸ ਕਰਕੇ ਅੰਦਾਜ਼ਾ ਹੀ ਲਾਉਂਦੇ ਆ ਵੀ ਕਿੰਨੇ ਕੁ ਮਾਰੇ ਗਏ ਹੋਣਗੇ। ਕਿਉਂਕਿ ਚਮਕੌਰ ਪਿੰਡ ਦੇ ਚਾਰ ਚਫੇਰੇ ਕਹਿੰਦੇ ਵੀ ਜਿੱਥੋਂ ਤੀਕ ਨਿਗਾਹ ਜਾਂਦੀ ਉੱਥੋਂ ਤੀਕ ਲਾਸ਼ਾਂ ਹੀ ਪਈਆਂ। ਤਾਂ ਚਾਰ ਚਫੇਰੇ ਜਾਣ ਜਾਣ ਕੇ ਵੇਖ ਕੇ ਜਾਣ ਕੇ ਸਮਝ ਕੇ ਤੇ ਅਨੁਮਾਨ ਲਾਉਂਦੇ ਹਨ। ਕਹਿੰਦੇ ਆ ਆਪਸ ਵਿੱਚ ਸਲਾਹਾਂ ਕਰਦੇ ਗੱਲਾਂ ਕਰਦੇ, ਕਹਿੰਦੇ ਲੱਖ ਤੋਂ ਤੇ ਵੱਧ ਹੀ ਲੱਗਦਾ ਆਪਣਾ ਬੰਦਾ ਮਰਿਆ। ਲੱਖ ਤੋਂ ਤੇ 1 ਲੱਖ ਕੀ ਲੱਖ ਤੋਂ ਵਧੇਕ ਸੀ, ਉੱਥੇ ਕਈ ਲੱਖ ਮਾਰੇ ਗਏ। ਤਾਂ ਇਸ ਤਰੀਕੇ ਦੇ ਨਾਲ ਇਹ ਕਹਿ ਰਹੇ ਆਪਣੀ ਜਵਾਨੀ, ਕਹਿੰਦੇ ਵੀ ਜਿੰਨੀਆਂ ਲਾਸ਼ਾਂ ਪਈਆਂ ਵਾ ਇੰਜ ਲੱਗਦਾ ਵੀ ਲੱਖ ਤੋਂ ਤੇ ਵੱਧ ਹੀ ਆਪਣੇ ਫੌਜ ਮਾਰੀ ਗਈ ਆ। ਹਾਂਜੀ ਮਿਟ ਗਈ ਲੜਨ ਅਬ ਲਾਖ ਲਾਖ। ਤੇ ਇਹਨਾਂ ਦੇ ਅੰਦਰੋਂ ਜਿਹੜੀ ਲੜਨ ਦੀ ਉਹ ਬਿਲਾਖਾ ਜੀ ਸੀ ਨਾ, ਇੱਛਾ ਜੀ, ਉਹ ਵੀ ਕਹਿੰਦੇ ਮਿਟ ਗਈ ਆ, ਉਹ ਮੁੱਕੀ ਗਈ। ਕਹਿੰਦੇ ਵੀ ਹੁਣ ਵੇਖਦੇ ਆ ਵੀ ਜਿੱਥੋਂ ਤੀਕ ਉੱਥੋਂ ਤੀਕ ਲਾਸ਼ਾਂ ਹੀ ਲਾਸ਼ਾਂ ਖਿਲਰੀਆਂ ਪਈਆਂ। ਸਿੰਘ ਲੋਟ ਕੋਲ ਲਿਆਏ ਲਿਆਏ। ਫਿਰ ਇਹਨਾਂ ਨੇ ਸਿੰਘਾਂ ਦੇ ਸਰੀਰ ਵੀ ਇਕੱਠੇ ਕੀਤੇ। ਇੱਥੇ ਕਵੀ ਜੀ ਨੇ ਆਖਿਆ, ਕਹਿੰਦੇ ਵੀ ਜਿੰਨੇ ਸਿੰਘਾਂ ਦੀਆਂ ਲੋਥਾਂ ਸੀ ਉੱਥੇ ਸਿੰਘਾਂ ਦੇ ਸਰੀਰ ਸੀ, ਉਹ ਵੀ ਇਹਨਾਂ ਨੇ ਫਿਰ ਲਿਆ ਕੇ ਇਕੱਠੇ ਕੀਤੇ ਆ। ਤੇ ਇਹਨਾਂ ਨੇ ਗਿਣਤੀ ਕੀਤੀ ਆ ਤੇ 30-32 ਉਂਝ 35 ਸੀ ਸਿੰਘ। ਇਹਨਾਂ ਨੇ ਇਹਨਾਂ ਦੇ ਹੱਥ ਜਿਹੜੇ ਸਰੀਰ ਸਿੰਘਾਂ ਦੇ ਉਹ ਇਹਨਾਂ ਨੇ ਗਿਣਤੀ ਕੀਤੀ ਵੀ ਇਹ 30-32 ਕ ਸਿੰਘ ਹਨ। ਤੇ ਇਹਨਾਂ ਦੀ ਜਿਹੜੀ ਬੁੱਧੀ ਆ ਨਾ ਉਹ ਕਹਿੰਦੇ ਵੀ ਹੱਥ ਹੋ ਗਈ, ਨਾਸ ਹੋ ਗਈ, ਹੈਰਾਨ ਹੋ ਗਈ, ਬੁੱਧੀ ਮਾਰੀ ਗਈ। ਕਹਿੰਦੇ ਵੀ ਆ 30-32 ਸਿੰਘ ਹੀ ਆ ਸਾਰੇ, ਤੇ ਆਪਣੇ ਤੇ ਲੱਖਾਂ ਮਾਰ ਦਿੱਤੇ, ਇੰਨਿਆਂ ਨੇ ਹੀ ਮਾਰ ਦਿੱਤੇ।
ਹੈਰਾਨ ਹੁੰਦੇ ਆ, ਕਹਿੰਦੇ ਬੁੱਧੀ ਜਿਹੜੀ ਆ ਉਹ ਜਾਣੋ ਕਿ ਇਹਨਾਂ ਦੀ ਮੱਤ ਮਰ ਗਈ ਉਸ ਵੇਲੇ ਸੋਚ ਸੋਚ ਕੇ। ਤੁਰਕਾਨ ਲੋਟ ਲਗ ਢੇਰ ਢੇਰ, ਹੇਰ ਹੇਰ ਕੇ ਦਾ ਨਾਮ ਆ ਵੇਖ ਵੇਖ ਕੇ। ਇਸ ਤਰ੍ਹਾਂ ਦੁਸ਼ਮਣਾਂ ਦੀ ਜਿਹੜੀ ਬੁੱਧੀ ਆ ਉਹ ਨਾਸ ਹੋਈ ਆ ਆਪਣੇ ਮਰਿਆ ਹੋਇਆਂ ਨੂੰ ਵੇਖ ਕੇ। ਤੁਰਕਾਨ ਲੋਥ ਲੱਗ ਢੇਰ ਢੇਰ, ਤੇ ਕਹਿੰਦੇ ਵੀ ਸਾਡਾ ਤੇ ਢੇਰ ਹੀ ਲੱਗੇ ਪਏ ਆ ਸਾਡੇ ਸਾਥੀਆਂ ਦੇ, ਸਾਡੇ ਸਿਪਾਹੀਆਂ ਦੇ, ਤੇ ਗਿਣਤੀ ਦੀ ਕੋਈ ਗੱਲ ਹੀ ਨਹੀਂ, ਤੇ ਆ ਤੇ ਗਿਣਤੀ ਦੇ ਹੀ ਸਿੰਘ ਹਨ। ਹਮ ਕਹਿਤ ਕਥਾ ਸੰਤੋਖ ਸਿੰਘ। ਅਧਿਆਏ ਦੀ ਸਮਾਪਤੀ ਕਰਦੇ ਹੋਏ ਇੱਥੇ ਭਾਈ ਸਾਹਿਬ ਕਹਿੰਦੇ ਆ, ਕਵ ਕਹਿਤ ਕਥਾ, ਕਵੀ ਕਹਿੰਦਾ ਹੈ ਕਥਾ ਨੂੰ। ਕਿਹੜਾ ਕਵੀ? ਸੰਤੋਖ ਸਿੰਘ, ਭਾਈ ਸੰਤੋਖ ਸਿੰਘ ਕਵੀ ਕਥਾ ਕਹਿੰਦਾ ਹੈ। ਧੰਨ ਧੰਨ ਗੁਰੂ ਗੋਬਿੰਦ ਸਿੰਘ। ਅਧਿਆਏ ਦੀ ਸਮਾਪਤੀ ਕਰਦਿਆਂ ਹੋਇਆ ਭਾਈ ਸਾਹਿਬ ਜੀ ਇਸ ਪ੍ਰਸੰਗ ਦੀ ਸਮਾਪਤੀ ਕਰਦਿਆਂ ਹੋਇਆ ਕਹਿੰਦੇ ਵੀ ਧੰਨ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਇੱਥੇ 1.25 ਲੱਖ ਸੇਕ ਲੜਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ, ਜੋ ਬਚਨ ਕਹਿ ਸਤਿ ਸ੍ਰੀ ਅਕਾਲ। ਸੋ ਜੋ ਬਚਨ ਕਹੇ ਉਹ ਮਹਾਰਾਜ ਨੇ ਪੂਰੇ ਕੀਤੇ। ਇਹਨਾਂ ਨੇ ਸਿੰਘਾਂ ਦੇ ਸਰੀਰ ਭਾਵੇਂ ਇਕੱਠੇ ਕੀਤੇ ਸੀ ਸਿਰਫ ਗਿਣਤੀ ਕਰਨ ਵਾਸਤੇ, ਵੇਖਣ ਵਾਸਤੇ ਵੀ ਕਿੰਨੇ ਕੁ ਸਿੰਘ ਵਾ, ਪਰ ਫਿਰ ਇਹਨਾਂ ਸਿੰਘਾਂ ਦੇ ਸਰੀਰਾਂ ਦੇ ਸਾਧ ਸੰਗਤ ਜੀ ਅੱਜ ਦੀ ਜਿਹੜੀ ਅੱਗੇ ਰਾਤ ਆਉਣੀ ਨਾ, ਇਸ ਰਾਤ ਫਿਰ ਸੇਵਾ ਕੀਤੀ ਬੀਬੀ ਸ਼ਰਨ ਕੌਰ ਨੇ, ਕੱਲੀ ਬੀਬੀ ਨੇ, ਉਸ ਇਲਾਕੇ ਦੀ ਉਹ ਭੈਣ। ਤੇ ਇਹ ਵੀ ਜ਼ਿਕਰ ਆਉਂਦਾ ਵਾ ਵੀ ਉਸ ਦਾ ਪਤੀ ਵੀ ਇਹਨਾਂ ਸਿੰਘਾਂ ਦੇ ਵਿੱਚ ਸ਼ਹੀਦ ਹੋਇਆ ਸੀ, ਇਹਨਾਂ ਸਿੰਘਾਂ ਵਿੱਚ ਬੀਬੀ ਸ਼ਰਨ ਕੌਰ ਦਾ। ਤੇ ਤਿਆਰ ਬਰ ਤਿਆਰ ਸੀ, ਉਹਦੇ ਗਾਤਰੇ ਸ੍ਰੀ ਸਾਹਿਬ ਤੇ ਹੱਥ ਵਿੱਚ ਬਰਛਾ ਸੀ, ਗਾਤਰੇ ਸ੍ਰੀ ਸਾਹਿਬ ਵੱਡੀ ਤੇ ਹੱਥ ਵਿੱਚ ਬਰਛਾ। ਰਾਤ ਦੇ ਹਨੇਰੇ ਵਿੱਚ ਉਹਨੇ ਸਿੰਘਾਂ ਦੇ ਸਰੀਰ ਲੱਭ ਲੱਭ ਕੇ ਇਕੱਠੇ ਕੀਤੇ, ਸਾਰੇ ਦੋਹਾਂ ਸਾਹਿਬਜ਼ਾਦਿਆਂ ਦੇ ਸਰੀਰ। ਵੇਖੋ ਫਿਰ ਕਿੰਨੀ ਉਹ ਬਹਾਦਰ ਸੀ, ਕਿੱਡਾ ਉਹਦੇ ਚ ਧੀਰਜ ਸੀ, ਕਿੱਡਾ ਹੌਸਲਾ ਸੀ, ਤੇ ਕੱਲੀ ਚੁੱਕਣ ਵਾਲੀ ਸੀ। ਬਾਬਾ ਅਜੀਤ ਸਿੰਘ ਜੀ ਦਾ ਸਰੀਰ, ਪਵਿੱਤਰ ਸਰੀਰ ਉਹਨੇ ਚੁੱਕ ਕੇ ਲਿਆਂਦਾ, ਬਾਬਾ ਜੁਝਾਰ ਸਿੰਘ ਸਾਹਿਬ ਜੀ ਦਾ ਸਰੀਰ ਚੁੱਕ ਕੇ ਲਿਆਂਦਾ। ਫਿਰ ਕੱਲੀ ਨੇ ਲੱਕੜਾਂ ਇਕੱਠੀਆਂ ਕੀਤੀਆਂ, ਇੱਕੋ ਹੀ ਅੰਗੀਠਾ ਤਿਆਰ ਕੀਤਾ ਰਾਤ ਦੇ ਹਨੇਰੇ ਵਿੱਚ। ਪਹਿਲਾਂ ਚਾਨਣ ਕਰ ਕਰਕੇ ਵਹਿੰਦੀ ਸੀ ਕੱਲੇ ਕੱਲੇ ਸਰੀਰ ਨੂੰ, ਕਿੰਨਾ ਸਮਾਂ ਲੱਗਾ ਹੋਊਗਾ ਉਹਨੂੰ। ਇੰਨੇ ਤੁਰਕਾਂ ਦੀਆਂ ਲਾਸ਼ਾਂ ਪਈਆਂ ਵਿੱਚ ਵਿੱਚ ਸਿੰਘਾਂ ਦੀਆਂ। ਫਿਰ ਸਿੰਘਾਂ ਦੇ ਸਰੀਰ ਇਕੱਠੇ ਕੀਤੇ ਇੱਕ ਥਾਂ ਤੇ, ਫਿਰ ਲੱਕੜਾਂ ਵੀ ਇਕੱਠੀਆਂ, ਲੱਕੜਾਂ ਦਾ ਪ੍ਰਬੰਧ ਕੀਤਾ, ਤੇ ਫਿਰ ਸਾਰੀ ਚਿਖਾ ਚਿਣੀ, ਤੇ ਫਿਰ ਉਹਨੇ ਝੰਡਾ ਲਾਇਆ, ਅਗਨ ਭੇਟ ਕੀਤੀ, ਬਾਣੀ ਪੜ੍ਹੀ ਕੋਲੇ ਬਹਿ ਕੇ, ਤੇ ਇਹ ਸਿੰਘਾਂ ਦਾ ਸੰਸਕਾਰ ਕੀਤਾ ਕੱਲੀ ਉਸ ਭੈਣ ਨੇ, ਬੀਬੀ ਸ਼ਰਨ ਕੌਰ ਨੇ। ਤੇ ਜਦੋਂ ਅੱਗ ਬਲੀ ਤੇ ਤੁਰਕਾਂ ਨੂੰ ਪਤਾ ਲੱਗਾ, ਤੁਰਕ ਇੱਥੇ ਆਏ, ਕਿਉਂਕਿ ਕੁਝ ਫੌਜ ਇੱਥੇ ਹੀ ਫਿਰ ਰਹੀ ਸੀ, ਕੁਝ ਚਾਰ ਚੁਫੇਰੇ ਪਿੰਡਾਂ 'ਚ ਖਿਲਰ ਗਈ ਕਲਗੀਧਰ ਪਾਤਸ਼ਾਹ ਨੂੰ ਲੱਭਣ ਵਾਸਤੇ। ਜਦੋਂ ਆਏ ਤੇ ਉਹ ਬੀਬੀ ਬਰਛਾ ਲੈ ਕੇ ਖਲੋਤੀ ਆ ਕੋਲੇ, ਤੇ ਸੰਸਕਾਰ ਕਰ ਰਹੀ ਆ ਸਿੰਘਾਂ ਦਾ। ਤੇ ਫਿਰ ਉਸ ਮੌਕੇ ਤੇ ਫਿਰ ਉਹਨੇ ਲੜਾਈ ਵੀ ਕੀਤੀ ਤੁਰਕਾਂ ਨਾਲ, ਬਰਛੇ ਦੇ ਨਾਲ, ਫਿਰ ਕਿਰਪਾਨ ਦੇ ਨਾਲ, ਤੇ ਬਹੁਤੇ ਤੁਰਕ ਉਹਨੂੰ ਪੈ ਗਏ। ਤੇ ਫਿਰ ਲਿਖਿਆ ਵਾ ਇਹ ਗੁਰਮੁਖਾਂ ਨੇ, ਕਈਆਂ ਇਤਿਹਾਸਕਾਰਾਂ ਨੇ, ਫਿਰ ਉਹਨੂੰ ਜਿਉਂਦੀ ਨੂੰ ਹੱਥਾਂ ਤੋਂ ਤੇ ਪੈਰਾਂ ਤੋਂ ਫੜ ਕੇ ਉਸ ਚਿਖਾ ਦੇ ਵਿੱਚ ਹੀ ਸੁੱਟ ਦਿੱਤਾ। ਸਾਧ ਸੰਗਤ ਇਹਨਾਂ ਸਿੰਘਾਂ ਦੇ ਨਾਲ ਹੀ ਉਹਨੂੰ ਜਿਉਂਦੀ ਨੂੰ ਸੁੱਟ ਦਿੱਤਾ, ਤੇ ਜਿਉਂਦੀ ਫਿਰ ਉਹ ਸੜ ਕੇ ਸ਼ਹੀਦ ਹੋ ਗਈ। ਤੇ ਮੁਕਾਬਲਾ ਕਰਦੀ ਕਰਦੀ ਫੱਟੜ ਵੀ ਜ਼ਖਮੀ ਹੋ ਗਈ ਸੀ। ਜ਼ਖਮ ਜਦੋਂ ਬਹੁਤੇ ਉਹਦੇ ਹੋ ਗਏ, ਬਹੁਤੀ ਫੱਟੜ ਹੋ ਗਈ, ਤੇ ਫਿਰ ਨਾਲ ਹੀ ਚੁੱਕ ਕੇ ਵਿੱਚ ਚਿਖਾ ਦੇ ਵਿੱਚ, ਪਰ ਉਹ ਸ਼ਹੀਦ ਹੋ ਗਈ, ਕੁਰਬਾਨ ਹੋ ਗਈ, ਤੇ ਪਰ ਸਾਰੇ ਸਿੰਘਾਂ ਦਾ ਸੰਸਕਾਰ ਕਰ ਗਈ। ਤੋ ਸਾਧ ਸੰਗਤ ਜੀ, ਗਰੀਬ ਨਵਾਜ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਆਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੇ
ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।